लो बेटे अज आप करना लॉज ऑफ वेक्टर एडिशन। आवाज आ रही है बेटे? हाँ जी सर। ध्यान नाल समझना बेटे, मोस्ट इंपॉर्टेंट टॉपिक है। ਇਹਦੇ ਵਿੱਚੋਂ 5 ਨੰਬਰ ਦਾ ਕੁਐਸਚਨ ਆਉਂਦਾ ਆਪਣੇ ਕੋਲੇ। ਜਿਹੜੇ ਲੌਂਗ ਆਨਸਰ ਟਾਈਪ ਕੁਐਸਚਨਸ ਆਉਣੇ ਆ ਬੇਟੇ, ਆਪਣੇ ਕੋਲੇ ਦੋ ਕੁਐਸਚਨ ਆ ਜਿਹੜੇ ਲੌਂਗ ਆਨਸਰ ਟਾਈਪ ਆਉਣੇ, ਉਹਨਾਂ ਦੇ ਨਾਲ ਚੁਆਇਸ ਹੋਊਗੀ। ਉਹਨਾਂ ਵਿੱਚੋਂ ਇੱਕ ਲੌਂਗ ਆਨਸਰ ਟਾਈਪ ਜਿਹੜਾ ਕੁਐਸਚਨ ਹੈ ਉਹ ਆਪਣੇ ਕੋਲੇ ਸੈਕੰਡ ਯੂਨਿਟ ਦੇ ਵਿੱਚ ਆਉਣਾ। ਉਹ ਪ੍ਰੋਜੈਕਟਾਈਲ ਮੋਸ਼ਨ ਤੇ ਟ੍ਰਾਇੰਗਲਸ ਲਾ, ਪੋਲੀਗਨ ਲਾ ਜਾਂ ਪੈਰਲੋਗ੍ਰਾਮ ਲਾ। ਕਹਿੰਦਾ ਮਤਲਬ ਇੱਕ ਵੈਕਟਰ ਦੇ ਵਿੱਚੋਂ ਤੇ ਇੱਕ ਪ੍ਰੋਜੈਕਟਾਈਲ ਚੋਂ ਜ਼ਿਆਦਾਤਰ ਜਿਹੜਾ ਕੁਐਸਚਨ ਪੁੱਟ ਕੀਤਾ ਜਾਂਦਾ। ਠੀਕ ਹੈ ਜੀ। ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਆਪਣਾ ਹੈਗਾ ਲਾਜ਼ ਆਫ ਵੈਕਟਰ ਐਡੀਸ਼ਨ। ਠੀਕ ਹੈ ਜੀ, laws of vector addition। laws of vector addition ਮਲਟੀਪਲੀਕੇਸ਼ਨ ਦੇ ਵੀ ਆਪਾਂ ਅੱਗੇ ਜਾ ਕੇ ਕਰਾਂਗੇ, ਬਟ ਮੋਸਟ ਇੰਪੋਰਟੈਂਟ ਜਿਹੜੇ ਹੁਣ ਆਪਾਂ ਕਰਨ ਜਾ ਰਹੇ ਹਾਂ, ਇਹਦੇ ਵਾਸਤੇ ਜਿਹੜੀ ਚੀਜ਼ ਸਾਨੂੰ ਪਹਿਲਾਂ ਪਤਾ ਹੋਣੀ ਚਾਹੀਦੀ ਹੈ ਉਹ ਹੈਗੀ ਹੈ ਵੈਕਟਰਸ ਇਨ ਆਰਡਰ ਤੇ ਆਊਟ ਆਫ ਆਰਡਰ ਦਾ ਕੀ ਮਤਲਬ ਹੈ। ਇਨ ਆਰਡਰ ਔਰ ਆਊਟ ਆਫ ਆਰਡਰ। ਦੇਖੋ ਬੇਟੇ ਆਪਣੇ ਕੋਲੇ ਕੀ ਹੈ, ਇਫ ਦੀ ਵੈਕਟਰਸ ਆਰ ਐਕਟਿੰਗ। ਇੱਕ ਵੈਕਟਰ ਹੁੰਦਾ ਜਿਹੜਾ ਆਪਾਂ ਨੂੰ ਪਤਾ ਹੈ, ਵੈਕਟਰ ਕੋਲੇ ਕੀ ਹੁੰਦਾ ਬੇਟੇ, ਇੱਕ ਹੈਡ ਹੁੰਦਾ ਤੇ ਇੱਕ ਆਪਣੇ ਕੋਲ ਕੀ ਹੁੰਦੀ ਹੈ, ਟੇਲ। ਠੀਕ ਹੈ ਜੀ। ਆਪਾਂ ਨੂੰ ਇਸ ਤਰ੍ਹਾਂ ਨਾਲ ਬਣਾਇਆ, ਲੈਟ ਅਸ ਟੇਕ ਅ ਵੈਕਟਰ ਏ। ਆ ਕੋਈ ਵੈਕਟਰ ਏ ਹੈ, ਇਹ ਏ ਵੈਕਟਰ ਦੀ ਹੈਡ ਹੈ। ਇਹ ਕੋਈ ਵੈਕਟਰ ਬੀ ਹੈ, ਇਹ ਬੀ ਵੈਕਟਰ ਦਾ ਹੈਡ ਹੈ। ਹੁਣ ਦੇਖੋ ਹੈਡ ਆਫ ਦੀ ਵਨ ਵੈਕਟਰ ਕੋਇਨਸਾਈਡ ਵਿਦ ਦੀ ਟੇਲ ਆਫ ਦੀ ਅਦਰ ਵੈਕਟਰ, ਤਾਂ ਆਪਾਂ ਕਹਾਂਗੇ ਵੈਕਟਰਸ ਕੀ ਹੈ, ਇਨ ਆਰਡਰ। ਕਲੀਅਰ ਹੋਇਆ ਕਿ ਨਹੀਂ ਹੈ? what is the meaning of in order? if head of one vector coincides with the tail of other, ਜਦੋਂ ਇੱਕ ਦਾ ਹੈਡ ਦੂਸਰੇ ਦੀ ਟੇਲ ਦੇ ਨਾਲ ਕੋਇਨਸਾਈਡ ਕਰ ਜੇ ਤਾਂ ਆਪਾਂ ਕੀ ਕਹਾਂਗੇ, ਵੈਕਟਰ ਕੀ ਹੈ, ਇਨ ਆਰਡਰ। ਕੀ ਕਹਾਂਗੇ ਬੇਟੇ, ਵੈਕਟਰਸ ਆਰ ਇਨ ਆਰਡਰ। इन ऑर्डर। ਕਲੀਅਰ ਹੋਇਆ ਬੇਟੇ? यस ਠੀਕ ਹੈ। ਇਸ सर। ਤਰ੍ਹਾਂ ਨਾਲ ਆਪਾਂ ਇੱਕ ਵੈਕਟਰ ਬਣਾਇਆ, ਆ ਇਸ ਵੈਕਟਰ ਦਾ ਹੈਡ ਹੋ ਗਿਆ। ਦੂਸਰਾ ਵੈਕਟਰ ਜੇ ਆਪਾਂ ਕੋਈ ਵੀ ਬਣਾਇਆ, ਕਹਿੰਦਾ ਮਤਲਬ ਹੈਡ ਇਸ ਤਰ੍ਹਾਂ ਨਾਲ ਅੱਗੇ ਅੱਗੇ ਜਾ ਰਹੇ ਆ, ਇੱਕ ਦੀ ਟੇਲ ਤੇ ਦੂਸਰੇ ਦਾ ਹੈਡ, ਤਾਂ ਇੱਥੇ ਆਪਾਂ ਕੀ ਕਹਾਂਗੇ, ਇਨ ਆਰਡਰ। ਠੀਕ ਹੈ। ਆਊਟ ਆਫ ਆਰਡਰ ਆਪਾਂ ਕੀ ਕਹਾਂਗੇ, ਜੇ ਆਪਣੇ ਕੋਲ ਕੀ ਹੈ, ਹੈਡ ਵਿਦ ਹੈਡ ਜਾਂ ਟੇਲ ਵਿਦ ਟੇਲ ਹੈ। ਜਨਰਲੀ ਆਪਾਂ ਲੈ ਕੇ ਚੱਲਦੇ ਹਾਂ ਆਹ ਵਾਲਾ ਕੀ, ਹੈਡ ਵਿਦ ਹੈਡ। ਕਹਿੰਦਾ ਮਤਲਬ ਹੈਡ ਆਫ ਵਨ ਵੈਕਟਰ ਕੀ ਕਰਦਾ ਆਪਣੇ ਕੋਲੇ, coincides with head of other, ਤਾਂ ਆਪਾਂ ਕੀ ਕਹਾਂਗੇ, ਵੈਕਟਰਸ ਕੀ ਹੈ, ਵੈਕਟਰਸ ਆਰ ਆਊਟ ਆਫ ਆਰਡਰ। ਠੀਕ ਹੈ। ਜਿਵੇਂ ਮੰਨ ਲਓ ਆਪਾਂ ਐਗਜ਼ਾਮਪਲ ਲਈ ਸੀਗੀ ਪਹਿਲਾਂ, ਇਹ ਕੋਈ ਵੈਕਟਰ ਹੈ ਆਪਣੇ ਕੋਲੇ ਏ ਵੈਕਟਰ। ਠੀਕ ਹੈ ਜੀ। ਇਹ ਕੋਈ ਵੈਕਟਰ ਆਪਣੇ ਕੋਲੇ ਬੀ ਵੈਕਟਰ। ਜੇ ਆਪਾਂ ਇਸ ਤਰ੍ਹਾਂ ਨਾਲ ਇਹਨੂੰ ਸ਼ੋ ਕਰੀਏ, ਦਿਸ ਇਜ਼ ਦੀ ਹੈਡ, ਇਹ ਏ ਵੈਕਟਰ ਹੈ। ਇਸ ਤਰ੍ਹਾਂ ਨਾਲ ਆਪਾਂ ਇਹਨੂੰ ਸ਼ੋ ਕਰੀਏ, ਇਹ ਬੀ ਵੈਕਟਰ ਹੈ। ਇੱਥੇ ਆਪਣੇ ਕੋਲ ਕੀ ਹੈ, ਹੈਡ ਵਿਦ ਹੈਡ। ਤੇ ਏ ਵੈਕਟਰ ਐਂਡ ਬੀ ਵੈਕਟਰ ਆਪਣੇ ਕੋਲ ਕੀ ਹੈ ਬੇਟੇ, ਆਊਟ ਆਫ ਆਰਡਰ। ਇਹ ਆਪਣੇ ਕੋਲ ਇਹ ਆਊਟ ਆਫ ਆਰਡਰ। ਦੱਸੋ ਬੇਟੇ ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੈ? आउट ऑफ ऑर्डर वाला। ਜੇਕਰ ਇੱਕ ਵੈਕਟਰ ਦਾ ਹੈਡ ਦੂਸਰੇ ਵੈਕਟਰ ਦੇ ਹੈਡ ਦੇ ਨਾਲ ਕੋਇਨਸਾਈਡ ਕਰਦਾ ਹੈ, ਤਾਂ ਆਪਾਂ ਕੀ ਕਵਾਂਗੇ ਵੀ ਉਹ ਵੈਕਟਰ ਕਿਸ ਤਰ੍ਹਾਂ ਦੇ, ਉਹ ਆਊਟ ਆਫ ਆਰਡਰ। ਠੀਕ ਹੈ। ਦੁਬਾਰਾ ਸਮਝ ਲਓ, ਆ ਕੋਈ ਵੈਕਟਰ ਏ ਹੈ, ਆ ਕੋਈ ਵੈਕਟਰ ਬੀ ਹੈ। ਜੇਕਰ ਬੀ ਵੈਕਟਰ ਇਸ ਤਰ੍ਹਾਂ ਨਾਲ ਹੈ, ਹੈਡ ਦੋਵਾਂ ਦੇ ਹੈਡ ਕੀ ਕਰ ਰਹੇ, ਕੋਇਨਸਾਈਡ ਕਰ ਰਹੇ ਇੱਕ ਪੁਆਇੰਟ ਦੇ ਉੱਪਰ, ਹੈਡ ਵਿਦ ਹੈਡ ਹੈ ਨਾ,
Yes, sir. ਤਾਂ ਆਪਾਂ ਕੀ ਕਹਾਂਗੇ A ਵੈਕਟਰ ਤੇ B ਵੈਕਟਰ ਦੀ ਪੋਜੀਸ਼ਨ ਕੀ ਹੈ, ਕਿਸ ਤਰ੍ਹਾਂ ਦੇ ਹੈ, ਆਊਟ ਆਫ ਆਰਡਰ। ਕਿਸ ਤਰ੍ਹਾਂ ਦੇ ਆਪਣੇ ਕੋਲੇ ਆਊਟ ਆਫ ਆਰਡਰ। ਦੱਸੋ ਬੇਟੇ ਕਲੀਅਰ ਹੋਇਆ ਕਿ ਨਹੀਂ ਹੈ? Yes, sir. ਸਰ ਮਤਲਬ ਜਿਹੜਾ ਹੈਡ ਆ ਉਹਦੇ ਨਾਲ ਹਮੇਸ਼ਾ ਟੇਲ ਹੀ ਆਉਂਦੀ ਹੈਗੀ ਹੈ। ਨਹੀਂ ਨਹੀਂ, ਆਪਾਂ ਸਿਚੁਏਸ਼ਨਸ ਯੂਜ਼ ਕਰਾਂਗੇ ਨਾ, ਜ਼ਰੂਰੀ ਨਹੀਂ ਹਮੇਸ਼ਾ ਟੇਲ ਆਉਣੀ ਚਾਹੀਦੀ। ਜੇ ਹੈਡ ਨਾਲ ਹੈਡ ਆ ਗਿਆ ਤਾਂ ਆਪਾਂ ਉਹ ਕਵਾਂਗੇ ਆਊਟ ਆਫ ਆਰਡਰ। ਮੈਂ ਤੁਹਾਨੂੰ ਸਮਝਾ ਰਿਹਾ ਵੀ ਆਊਟ ਆਫ ਆਰਡਰ ਤੇ ਇਨ ਆਰਡਰ ਦਾ ਮਤਲਬ ਕੀ ਹੈ। ਹੈਡ ਵਿਦ ਹੈਡ ਹੈ ਤਾਂ ਆਊਟ ਆਫ ਆਰਡਰ ਹੈ, ਹੈਡ ਵਿਦ ਟੇਲ ਹੈ ਤਾਂ ਇਨ ਆਰਡਰ ਹੈ। ਐਂਗਲ ਬਣਾਉਣਾ ਤਾਂ ਐਂਗਲ ਕਿਵੇਂ ਬਣਾਉਂਦੇ ਸੀਗੇ, ਟੇਲ ਟੂ ਟੇਲ। ਐਂਗਲ ਆਪਾਂ ਕਿਵੇਂ ਬਣਾਉਂਦੇ ਸੀ ਬੇਟੇ, ਟੇਲ ਟੂ ਟੇਲ। ਕੂੜਾ ਪਾ ਦਿਓ। ਬੇਟੇ ਸਿਰਫ 1 ਮਿੰਟ ਹੈ, 1 ਮਿੰਟ ਚ ਮੈਂ ਪਾਪਾ ਜੀ, ਪਾਪਾ ਜੀ ਹੈ ਨਹੀਂ ਪਾਪਾ। ਪਾਪਾ ਗੁਰਦੁਆਰੇ ਗਏ ਆ। ਪੜਦਾ ਐਵੇਂ ਨਾ ਪੜਾਓ, ਥੋੜਾ ਚਿਰ ਪੜਾਓ, ਥੋੜਾ ਚਿਰ। ਹਾਂਜੀ ਬੇਟੇ ਕਲੀਅਰ ਹੋਇਆ ਕਿ ਨਹੀਂ ਹੋਇਆ, ਆਊਟ ਆਫ ਆਰਡਰ ਤੇ ਇਨ ਆਰਡਰ। Yes, sir. ਸਾਰਿਆਂ ਨੂੰ ਕਲੀਅਰ ਹੈ ਬੇਟੇ? Yes, ਇਹਨੇ ਤੁਹਾਨੂੰ sir. ਤਾਂ ਦੱਸੋ ਬੇਟੇ, ਹੁਣ ਅਸੀਂ ਡੈਫੀਨੇਸ਼ਨ ਲਾਉਣੀ ਹੈ ਟ੍ਰਾਇੰਗਲ ਦੇ ਲਾ ਦੀ, ਤਾਂ ਉਹਦੇ ਵਿੱਚ ਆਪਾਂ ਇਹਨੂੰ ਯੂਜ਼ ਕਰਨਾ। ਚਲੋ ਬੇਟੇ ਆਪਾਂ ਕਰਦੇ ਹਾਂ, 3 ਲਾ ਹੈ ਆਪਣੇ ਕੋਲੇ ਵੈਕਟਰ ਐਡੀਸ਼ਨ ਦੇ। ਵੈਕਟਰਸ ਨੂੰ ਐਡ ਕਰਨ ਦੇ ਲਈ देयर आर 3 laws. First is triangle law of vector addition, second is parallelogram law of vector addition, third is polygon law of vector addition. ਠੀਕ ਹੈ ਜੀ। ਆ ਪਹਿਲੇ 2 ਲਾਅ ਹੈ ਜਿਹੜੇ ਮੋਸਟ ਇੰਪੋਰਟੈਂਟ ਹੈ। ਫਸਟ ਆਪਾਂ ਡਿਸਕਸ ਕਰਦੇ ਹਾਂ। ਹੁਣ ਆਪਣੇ ਕੋਲੇ ਕੁਐਸਚਨ ਕੀ ਆਉਂਦਾ ਇਹਦੇ ਵਿੱਚ, state and prove triangles law of vector addition। ਮੋਸਟ ਇੰਪੋਰਟੈਂਟ ਹੈ, ਇਸ ਤਰ੍ਹਾਂ ਨਾਲ ਲਿਖਿਆ ਹੁੰਦਾ, ਸ਼ਾਰਟ ਫਾਰਮ ਦੇ ਵਿੱਚ ਆਊਗਾ। ਵੀ ਸਟੇਟ ਦਾ ਮਤਲਬ ਜਿੱਥੇ ਵੀ ਦੇਖੋ ਬੇਟੇ ਵਰਡ ਲਿਖਿਆ ਹੁੰਦਾ ਸਟੇਟ, ਇਹਦਾ ਮਤਲਬ ਤੁਸੀਂ ਉੱਥੇ ਕੀ ਕਰਨਾ ਹੁੰਦਾ, ਤੁਸੀਂ ਡਿਫਾਈਨ ਕਰਨਾ ਹੁੰਦਾ, ਉੱਥੇ ਡੈਫੀਨੇਸ਼ਨ ਲਿਖਣੀ ਹੁੰਦੀ। ਜਿੱਥੇ ਨਾਲ ਲਿਖਿਆ ਹੁੰਦਾ ਪ੍ਰੂਫ, ਉੱਥੇ ਆਪਾਂ ਪ੍ਰੂਫ ਕਰਨਾ ਹੁੰਦਾ। ਕਹਿੰਦਾ ਮਤਲਬ ਜਿਹੜੀ ਡੈਫੀਨੇਸ਼ਨ ਤੁਸੀਂ ਰਿਜ਼ਲਟ ਲਿਖਿਆ, ਉਹ ਰਿਜ਼ਲਟ ਨੂੰ ਆਪਾਂ ਕੀ ਕਰਨਾ, ਡਰਾਈਵ ਕਰਨਾ ਹੁੰਦਾ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਸਟੇਟ ਐਂਡ ਪ੍ਰੂਫ ਦਾ ਮਤਲਬ ਕੀ ਹੈ? Yes, sir. ਕਲੀਅਰ ਹੈ ਬੇਟਾ? ਹੁਣ ਦੇਖੋ ਫਸਟ ਆਪਾਂ ਕਰਨ ਲੱਗੇ ਹਾਂ ਟ੍ਰਾਇੰਗਲ ਦਾ ਲਾ। ਟ੍ਰਾਇੰਗਲ ਦੇ ਲਾ ਦੇ ਵਿੱਚ ਕੀ ਹੈ, ਪਹਿਲਾਂ ਇਹਨੂੰ ਸਮਝ ਲਓ, ਫਿਰ ਮੈਂ ਡੈਫੀਨੇਸ਼ਨ ਤੁਹਾਨੂੰ ਦੱਸਦਾ। ਲੈਟ ਅਸ ਟੇਕ 2 ਵੈਕਟਰਸ, ਇੱਕ ਵੈਕਟਰ A ਹੈ, ਇੱਕ ਵੈਕਟਰ ਸਾਡੇ ਕੋਲੇ B ਹੈ। ਠੀਕ ਹੈ ਜੀ। ਲੈਟ ਅਸ ਟੇਕ 2 ਵੈਕਟਰਸ A ਵੈਕਟਰ ਐਂਡ B ਵੈਕਟਰ acting along the simultaneous sides of a triangle taken in order। ਧਿਆਨ ਨਾਲ ਇਸ ਗੱਲ ਨੂੰ ਸਮਝੋ। ਸਾਈਮਲਟੇਨੀਅਸ ਦਾ ਮਤਲਬ ਪਤਾ ਬੇਟੇ, ਲਗਾਤਾਰ। ਕਿਹੜੀਆਂ ਸਾਈਡ ਲਾਗਮੀਆਂ, ਲਗਾਤਾਰ 2 ਸਾਈਡਸ ਆ ਜਿਹੜੀਆਂ, ਉਹਦੇ ਅਲੋਂਗ 2 ਵੈਕਟਰ ਐਕਟ ਕਰ ਰਹੇ ਆ। ਇੱਕ A ਵੈਕਟਰ ਹੈ, ਇੱਕ B ਵੈਕਟਰ। ਕਿਸ ਤਰ੍ਹਾਂ ਨਾਲ ਐਕਟ ਕਰ ਰਹੇ ਆ, ਟੇਕਨ ਇਨ ਆਰਡਰ। ਟੇਕਨ ਇਨ ਆਰਡਰ। ਇਨ ਆਰਡਰ ਦਾ ਮਤਲਬ ਕੀ ਹੈ, ਹੈਡ ਨਾਲ ਕੀ ਕੋਇਨਸਾਈਡ ਕਰਨਾ ਚਾਹੀਦਾ, ਇੱਕ ਦੇ ਨਾਲ ਦੂਸਰੇ ਦਾ Tail. ਟੇਲ। ਹਾਂ, ਹੈਡ ਵਿਦ ਟੇਲ। ਠੀਕ ਹੈ। क्लियर होया कि नहीं? डेफिनेशन क्लियर होगी। लेट अस टेक 2 vectors A vector and B vector such that they are acting along the 2 sides of a triangle simultaneously taken in order। taken in order। ठीक है जी।
ਟੇਕਨ ਇਨ ਆਰਡਰ ਦਾ ਮਤਲਬ ਕੀ ਹੈ ਵੀ ਜੇਕਰ A ਵੈਕਟਰ ਇਸ ਤਰ੍ਹਾਂ ਨਾਲ ਉਹਦਾ ਹੈਡ ਹੈ ਤੇ ਦੂਸਰੇ ਦਾ ਹੈਡ ਇਧਰਲੀ ਸਾਈਡ ਤੇ ਹੋਣਾ ਚਾਹੀਦਾ ਤੇ ਇੱਥੇ ਆਪਣੇ ਕੋਲ ਕੀ ਕੋਇਨਸਾਈਡ ਕਰਨਾ ਚਾਹੀਦਾ ਹੈਡ ਵਿੱਚ ਟੇਲ। ਦੈਨ देयर ਰਿਜ਼ਲਟੈਂਟ ਦਾ ਮਤਲਬ ਕੀ ਹੁੰਦਾ ਹੈ ਨੈਟ ਇਫੈਕਟ, ਦੋਵਾਂ ਦਾ ਜਿਹੜਾ ਕੁੱਲ ਇਫੈਕਟ ਹੋਊਗਾ ਵਿਲ ਬੀ ਰਿਪਰੈਜ਼ੈਂਟਡ ਬਾਈ ਦੀ ਥਰਡ ਕਲੋਜ਼ਿੰਗ ਸਾਈਡ ਆਫ ਦੀ ਟ੍ਰਾਇੰਗਲ ਟੇਕਨ ਆਊਟ ਆਫ ਆਰਡਰ। ਟੇਕਨ ਆਊਟ ਆਫ ਆਰਡਰ ਦੇਖੋ ਇਹਦੇ ਹੈਡ ਨਾਲ ਹੈਡ ਕੋਇਨਸਾਈਡ ਕਰ ਗਿਆ ਨਾ ਇੱਥੇ ਐਚ, ਇਹਨੂੰ ਆਪਾਂ ਕੀ ਕਹਾਂਗੇ ਆਰ ਵੈਕਟਰ। ਕਹਿੰਦਾ ਮਤਲਬ ਇਹ ਕਹਿੰਦੇ ਵੀ ਆਰ ਵੈਕਟਰ ਕਹਿੰਦੇ ਬਰਾਬਰ ਹੋਊਗਾ A ਵੈਕਟਰ ਪਲੱਸ B ਵੈਕਟਰ। ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਯੈਸ ਰਿਪੀਟ ਕਰਾਂ? ਨੋ ਸਰ। ਕੀ ਕਹਿੰਦਾ ਧਿਆਨ ਨਾਲ ਸੁਣੋ ਵੀ ਇੱਕ ਟ੍ਰਾਇੰਗਲ ਹੈ, ਇੱਕ ਟ੍ਰਾਇੰਗਲ ਦੀਆਂ ਦੋ ਸਾਈਡਸ ਹੈ, ਉਹਦੇ ਅਲੋਂਗ ਦੋ ਵੈਕਟਰ ਹੈ ਜਿਹੜੇ ਉਹ ਵਰਕ ਕਰ ਰਹੇ ਹੈ। ਕਿਹੜੇ ਕਿਹੜੇ ਹੈ ਉਹ ਦੋ ਵੈਕਟਰ? ਇੱਕ A ਵੈਕਟਰ ਹੈ, ਇੱਕ ਕੋਈ B ਵੈਕਟਰ ਹੈ। A ਤੇ B ਵੈਕਟਰ ਕੀ ਹੈ ਲਗਾਤਾਰ ਦੋ ਭੁਜਾਵਾਂ ਜਿਹੜੀਆਂ ਟ੍ਰਾਇੰਗਲ ਦੀਆਂ ਉਹਦੇ ਅਲੋਂਗ ਵਰਕ ਕਰ ਰਹੇ ਹੈ। ਕਿਸ ਤਰ੍ਹਾਂ ਨਾਲ ਲੱਗ ਰਹੇ ਹੈ? ਇਨ ਆਰਡਰ। ਕਿਵੇਂ ਲੱਗ ਰਹੇ? ਇਨ ਆਰਡਰ। ਵੇਖੋ ਇੱਥੇ ਹੈਡ ਹੈ, ਹੈਡ ਨਾਲ ਕੌਣ ਕੋਇਨਸਾਈਡ ਕਰ ਰਿਹਾ? ਟੇਲ। ਦੈਨ ਦੇ ਰਿਜ਼ਲਟੈਂਟ ਦਾ ਮਤਲਬ ਕੀ ਹੁੰਦਾ? ਨੈਟ ਇਫੈਕਟ। ਰਿਜ਼ਲਟੈਂਟ ਦਾ ਮਤਲਬ ਕੀ ਹੈ? ਨੈਟ ਇਫੈਕਟ, ਦੋਵਾਂ ਦਾ ਜਿਹੜਾ ਪ੍ਰਭਾਵ ਹੈ। ਠੀਕ ਹੈ ਜੀ। ਜਿਵੇਂ ਮੈਂ ਕਹਾਂ ਵੀ ਆਪਣੇ ਕੋਲੇ ਟੱਗ ਆਫ ਵਾਰ ਹੈ, ਰੱਸਾ ਕਸ਼ੀ ਦਾ ਆਪਣੇ ਕੋਲ ਮੈਚ ਚੱਲ ਰਿਹਾ, ਇੱਕ ਸਾਈਡ ਤੇ ਦੋ ਪਰਸਨ ਹੈ, ਇੱਕ ਸਾਈਡ ਤੇ ਇੱਕ ਪਰਸਨ ਆਰ ਹੈ। ਠੀਕ ਹੈ, ਇਹਨਾਂ ਦੋਵਾਂ ਦੇ ਬਰਾਬਰ ਇਹ ਆਰ ਹੈ। ਕਹਿੰਦਾ ਮਤਲਬ ਰੁਮਾਲ ਆ ਜਿਹੜਾ ਇੱਥੇ ਟੱਗ ਆਫ ਵਾਰ ਦੇ ਜਿਹੜਾ ਇੱਥੇ ਬੰਨੇ, ਇਹ ਇੱਥੇ ਹੀ ਮੂਵ ਨਹੀਂ ਕਰ ਰਿਹਾ। ਇਹਦਾ ਮਤਲਬ ਕੀ ਹੋਇਆ? ਆਪਾਂ ਪੰਜਾਬੀ ਚ ਕੀ ਕਹਾਂਗੇ ਵੀ ਇਹਨਾਂ ਦੋਵਾਂ ਦੇ ਜ਼ੋਰ ਦੇ ਬਰਾਬਰ ਇਹਦੇ ਇਕੱਲੇ ਦਾ ਜ਼ੋਰ ਹੈ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? Yes, sir. ਯੈਸ ਤਾਂ ਸਰ। ਇੱਥੇ ਆਪਾਂ ਕੀ ਕਹਾਂਗੇ ਆਰ ਕੀ ਹੈ? ਰਿਜ਼ਲਟੈਂਟ। ਆਰ ਕੀ ਹੈ? ਰਿਜ਼ਲਟੈਂਟ। ਕਿੰਦਾ A ਵੈਕਟਰ ਤੇ B ਵੈਕਟਰ ਦਾ। ਇੱਥੇ ਆਰ ਦਾ ਮਤਲਬ ਕੀ ਹੈ ਵੀ A ਤੇ B ਜਿਹੜਾ ਇਫੈਕਟ ਪ੍ਰੋਡਿਊਸ ਕਰਦੇ ਆ ਉਹ ਆਰ ਕੱਲਾ ਇਫੈਕਟ ਪ੍ਰੋਡਿਊਸ ਕਰਦਾ ਉਹਨਾਂ ਦੋਵਾਂ ਦੇ ਬਰਾਬਰ। ਕਲੀਅਰ ਹੋਇਆ ਕਿ ਨਹੀਂ ਹੋਇਆ? ਠੀਕ ਹੈ। Yes, sir. ਇਸ ਤਰ੍ਹਾਂ ਆਪਾਂ ਕਰਨਾ ਕੀ ਕਹਿੰਦਾ, ਇੱਕ ਕੋਈ ਵੈਕਟਰ A ਹੈ, ਇੱਕ ਕੋਈ ਵੈਕਟਰ ਆਪਣੇ ਕੋਲ ਕੀ ਹੈ B ਹੈ। ਇਸ ਤਰ੍ਹਾਂ ਨਾਲ ਐਕਟ ਕਰ ਰਹੇ ਹੋ along the two sides of a triangle simultaneous side out of order, ਇੱਕ ਦੀ ਟੇਲ ਇੱਕ ਦੀ ਹੈਡ। then the resultant is represented by the third side of the triangle taken out of order। ਦੇਖੋ ਹੈਡ ਨਾਲ ਹੈਡ, ਇਹਨੂੰ ਆਪਾਂ ਕਹਿੰਦੇ ਆਰ ਵੈਕਟਰ। ਆਰ ਵੈਕਟਰ ਕਹਿੰਦੇ ਬਰਾਬਰ ਹੋਊਗਾ A ਵੈਕਟਰ ਪਲੱਸ B। A vector plus B vector. ਕਲੀਅਰ ਹੋਇਆ ਕਿ ਨਹੀਂ ਹੋਇਆ? ਟ੍ਰਾਇੰਗਲ ਦੇ ਲਾ ਦੀ ਡੈਫੀਨੇਸ਼ਨ ਕਲੀਅਰ ਹੋ ਗਈ ਬੇਟੇ? Yes, sir. ਇਹਨੂੰ ਆਪਾਂ ਨੂੰ ਯਾਦ ਕਰਨਾ ਪਊਗਾ। ਠੀਕ ਹੈ ਜੀ। ਲਓ ਆਪਾਂ ਇੱਥੋਂ ਦੱਸਦਾ ਮੈਂ। we know that ਠੀਕ ਹੈ, in general ਆਪਣੇ ਕੋਲ ਦੱਸ ਰਿਹਾ ਕਹਿੰਦਾ series of scalar quantities can be added algebraically but it is not true in vector because they possesses direction also in addition to the magnitude, so vectors can be added graphically but not algebraically। ਕਹਿੰਦਾ ਮਤਲਬ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਵੀ ਵੈਕਟਰ ਨੂੰ ਐਡ ਕਰਨ ਵਾਸਤੇ ਸਿੰਪਲ ਜਿਹੜੇ ਮੈਥਮੈਟੀਕਲ ਜੋੜ ਘਟਾਓ ਵਾਲੇ ਨਿਯਮ ਲੱਗਦੇ ਉਹ ਨਹੀਂ ਲੱਗਣੇ। ਇੱਥੇ ਆਪਣੇ ਕੋਲ ਕੀ ਲੱਗੂਗਾ? ਵੈਕਟਰ ਅਲਜਬਰਾ। ਸਪੈਸ਼ਲ ਤਰ੍ਹਾਂ ਦੇ ਰੂਲਸ ਲੱਗਣਗੇ। ਗ੍ਰਾਫਿਕਲ ਦਾ ਕੀ ਮਤਲਬ ਹੈ? ਡਾਇਗਰਾਮਸ ਬਣਾ ਕੇ। ਠੀਕ ਹੈ, ਉਹਦੇ ਜਿਹੜਾ ਪਹਿਲਾਂ ਆਪਾਂ ਡਿਸਕਸ ਕੀਤਾ ਟ੍ਰਾਇੰਗਲ ਦੇ ਲਾ ਕੀ ਕਹਿੰਦਾ, vector addition states that if two vectors are represented in magnitude and direction along the two consecutive simultaneous ਲਿਖਿਆ ਸੀ ਮੈਂ ਉੱਤੇ, ਇੱਥੇ consecutive ਬ੍ਰੈਕਟ ਲਿਖਿਆ simultaneous sides of a triangle taken in order, then the resultant is represented both in magnitude and direction by the third ਕਿਹੜੀ ਸਾਈਡ ਹੈ? ਕਲੋਜ਼ਿੰਗ ਸਾਈਡ। ਵੈਸੇ ਤਾਂ ਟ੍ਰਾਇੰਗਲ ਤਾਂ ਹੀ ਬਣੂਗੀ ਜੇ ਸਾਈਡ ਕਲੋਜ਼ ਹੋਊਗੀ। ਆਫ ਏ ਟ੍ਰਾਇੰਗਲ ਲਾਸਟ ਵਿੱਚ ਕੀ ਵਰਡ ਕੀਤਾ? ਟੇਕਨ ਇਨ ਅਪੋਜ਼ਿਟ ਆਰਡਰ। ਡੈਫੀਨੇਸ਼ਨ ਕਲੀਅਰ? ਆ ਡਾਇਗਰਾਮ ਬਣਾਇਆ ਆਪਾਂ। ਠੀਕ ਹੈ ਜੀ। ਆ ਆਪਾਂ ਕੋਈ ਪੁਆਇੰਟ ਲੈ P, ਆ ਕੋਈ ਪੁਆਇੰਟ ਲੈ Q,
ਇਹਦੇ ਅਲੋਂਗ ਕੀ ਕੋਈ ਵੈਕਟਰ ਕੀ ਐਕਟ ਕਰ ਰਿਹਾ A, ਠੀਕ ਹੈ ਜੀ, QS ਇੱਥੇ ਕੀ ਐਕਟ ਕਰ ਰਿਹਾ B ਵੈਕਟਰ, ਠੀਕ ਹੈ। PS ਕੀ ਹੈ R ਵੈਕਟਰ। ਹੁਣ ਵੇਖੋ R ਵੈਕਟਰ ਕੀ ਹੈ ਆਊਟ ਆਫ ਆਰਡਰ, ਹੈਡ ਵਿਦ ਹੈਡ ਹੋ ਗਿਆ। PQ ਕਿਸ ਤਰ੍ਹਾਂ ਨਾਲ ਹੈ ਹੈਡ ਵਿਦ ਟੇਲ, ਇਹ ਆਪਣੇ ਕੋਲ ਕੀ ਇਨ ਆਰਡਰ। ਤਾਂ ਇਸ ਸਿਚੁਏਸ਼ਨ 'ਚ ਕੀ ਹੋਊਗਾ ਇਹਨਾਂ ਦੋਵਾਂ ਦਾ ਜਿਹੜਾ ਜੋੜ ਹੋਊਗਾ ਉਹ ਇਹਦੇ ਬਰਾਬਰ ਹੋਊਗਾ, R ਵੈਕਟਰ ਇਜ਼ ਇਕੁਅਲ ਟੂ A ਵੈਕਟਰ ਪਲੱਸ B। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਹੋ ਗਿਆ ਸਰ। Yes, ਹਾਂਜੀ, sir. ਹੁਣ ਧਿਆਨ ਨਾਲ ਜਿਹੜੀ ਚੀਜ਼ ਧਿਆਨ ਨਾਲ ਨੋਟ ਕਰਨੀ ਹੈ, R ਦੇ ਉੱਪਰ ਆਪਾਂ ਕਿਹੜਾ ਨਿਸ਼ਾਨ ਲਾਇਆ ਵੈਕਟਰ ਦਾ। ਇਹਦਾ ਮਤਲਬ ਕੀ ਹੈ ਵੀ ਇਹਦੇ ਕੋਲੇ ਕੀ ਹੈ ਮੈਗਨੀਟਿਊਡ ਵੀ ਹੈ ਤੇ ਡਾਇਰੈਕਸ਼ਨ ਵੀ ਹੈ, ਠੀਕ ਹੈ। ਪਹਿਲਾਂ ਅਸੀਂ ਮੈਗਨੀਟਿਊਡ ਡਿਫਾਈਨ ਕਰਾਂਗੇ, ਫਿਰ ਆਪਾਂ ਇਹਦੀ ਡਾਇਰੈਕਸ਼ਨ ਕੈਲਕੂਲੇਟ ਕਰਾਂਗੇ, ਠੀਕ ਹੈ। ਦੇਖੋ ਮੈਗਨੀਟਿਊਡ ਇਹਦੇ ਕਿਸ ਤਰ੍ਹਾਂ ਨਾਲ ਆਪਾਂ ਕੈਲਕੂਲੇਟ ਕਰਨਾ, ਸੌਖਾ ਹੈ ਬਹੁਤ। ਲਓ ਬੇਟੇ, ਜਿਹੜਾ ਪੁਆਇੰਟ ਇੱਥੇ ਨੋਟ ਕਰਨਾ ਹੈ, A ਵੈਕਟਰ ਐਂਡ B ਵੈਕਟਰ ਦੇ ਵਿਚਕਾਰ ਬਣੂਗਾ ਐਂਗਲ ਥੀਟਾ। ਕਿਹੜਾ ਐਂਗਲ ਬਣੂਗਾ? ਥੀਟਾ। ਤੇ ਐਂਗਲ ਹਮੇਸ਼ਾ ਕਿਵੇਂ ਬਣਾਈਦਾ ਹੈ ਆਪਦੇ ਦਿਮਾਗ 'ਚ ਫੀਡ ਕਰ ਲਓ, ਟੇਲ ਟੂ ਟੇਲ। ਕਿਵੇਂ ਬਣਾਈਦਾ? ਟੇਲ ਟੂ ਟੇਲ। ਇਸ ਚੀਜ਼ ਵਾਸਤੇ ਅਸੀਂ ਕੀ ਕਰ ਸਕਦੇ ਹਾਂ, ਵੈਕਟਰਸ ਨੂੰ ਡਿਸਪਲੇਸ ਕਰ ਸਕਦੇ ਹਾਂ ਪੈਰਲਲ, ਠੀਕ ਹੈ ਜੀ। ਆਹ ਡਾਇਗਰਾਮ ਬਣੀ ਹੋਈ ਹੈ, ਆਹ ਕੋਈ ਵੈਕਟਰ A ਹੈ, ਆਹ ਵੈਕਟਰ ਕੋਈ B ਹੈ। A ਵੈਕਟਰ ਤੇ B ਵੈਕਟਰ ਦੇ ਵਿੱਚ ਦੇਖੋ ਐਂਗਲ ਬਣ ਰਿਹਾ, ਜਿਹੜਾ ਆਪਾਂ ਬਣਾਉਣਾ ਆਹ ਐਂਗਲ ਨਹੀਂ ਬਣਨਾ, ਜੇ ਆਪਾਂ ਕਹੀਏ ਆਹ ਵਾਲਾ ਐਂਗਲ, ਇਹ ਨਹੀਂ ਆਪਣੇ ਕੋਲ ਬਣ ਰਿਹਾ। ਇਹ ਟੇਲ ਤੇ ਹੈਡ ਹੈ। ਆਪਾਂ ਕੀ ਕੀਤਾ, ਜਿਹੜਾ A ਵੈਕਟਰ ਹੈ ਇਹਨੂੰ ਪੈਰਲਲ ਡਿਸਪਲੇਸ ਕਰਤਾ, ਇਹਨੂੰ ਚੱਕ ਕੇ ਅੱਗੇ ਲੈ ਗਏ ਇਸ ਤਰ੍ਹਾਂ ਨਾਲ। ਹੁਣ ਆਹ ਚੀਜ਼ ਇੱਧਰ ਚਲੀ ਗਈ, ਇੱਥੇ ਇਹਦਾ ਟੇਲ ਆ ਗਿਆ। ਐਸ ਵੈਕਟਰ ਦਾ ਵੀ ਆਪਣੇ ਕੋਲ ਕੀ ਆ ਗਿਆ B ਦਾ ਟੇਲ, ਇਹਦਾ ਮਤਲਬ ਆਪਣੇ ਕੋਲ ਕੀ ਬਣ ਗਿਆ ਟੇਲ ਟੂ ਟੇਲ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਟੇਲ ਟੂ ਟੇਲ। ਆਹ ਐਂਗਲ ਬਣੇਗਾ ਥੀਟਾ। ਆਹ ਪੁਆਇੰਟ ਦੱਸੋ ਬੇਟੇ ਕਲੀਅਰ ਹੋਇਆ ਕਿ ਨਹੀਂ ਹੋਇਆ? ਹੋ ਗਿਆ ਸਰ। A ਵੈਕਟਰ ਤੇ B ਵੈਕਟਰ ਦੇ ਵਿਚਕਾਰ ਐਂਗਲ ਕਿਹੜਾ ਬਣੂਗਾ? ਥੀਟਾ ਬਣੂਗਾ। ਇਹ ਨਹੀਂ ਬਣੇਗਾ। ਕਿਉਂ ਨਹੀਂ ਇਹ ਬਣੇਗਾ? ਕਿਉਂਕਿ ਇਹ ਹੈਡ ਵਿਦ ਟੇਲ ਹੈ, ਤੇ ਨਾਲੇ ਆਪਾਂ ਕਿਹੜਾ ਐਂਗਲ ਲੈਣਾ ਹੁੰਦਾ? ਸਮੋਲਰ, ਠੀਕ ਹੈ। ਫਿਰ ਆਪਾਂ ਇਹਦੇ ਵਿੱਚ ਇੱਕ ਕੀਤੀ ਹੈ ਕੰਸਟਰਕਸ਼ਨ। ਕੀ ਕੰਸਟਰਕਸ਼ਨ ਕੀਤੀ ਹੈ? ਅਸੀਂ ਇਸ ਪੁਆਇੰਟ ਤੋਂ ਇੱਕ ਪਰਪੈਂਡੀਕੂਲਰ ਡ੍ਰੌਪ ਕੀਤਾ, N ਪਰਪੈਂਡੀਕੂਲਰ ਕਿਉਂ ਡ੍ਰੌਪ ਕੀਤਾ? ਕਿਉਂਕਿ ਅਸੀਂ ਲਗਾਉਣਾ ਚਾਹੁੰਦੇ ਹਾਂ ਟ੍ਰਿਗਨੋਮੈਟਰੀ। ਟ੍ਰਿਗਨੋਮੈਟਰੀ ਕਿਹੜੀ ਟ੍ਰਾਇੰਗਲ 'ਚ ਲੱਗਦੀ ਹੈ ਬੇਟੇ? ਰਾਈਟ ਐਂਗਲ ਟ੍ਰਾਇੰਗਲ, ਠੀਕ ਹੈ। ਇਹਦਾ ਮਤਲਬ ਇਹਦੇ 'ਚ ਅਸੀਂ ਸਾਈਨ ਥੀਟਾ, ਕਾਸ ਥੀਟਾ, ਟੈਂਜੈਂਟ ਤੇ ਸਾਰੇ ਲਾਜ਼ ਜਿਹੜੇ ਆਪਣੇ ਕੋਲ ਟ੍ਰਿਗਨੋਮੈਟਰੀ 'ਚ ਯੂਜ਼ ਹੁੰਦੇ ਆ, ਉਹ ਸਾਰੇ ਅਸੀਂ ਕੀ ਕਰ ਸਕਦੇ ਹਾਂ? ਯੂਜ਼ ਕਰ ਸਕਦੇ ਹਾਂ। ਇਸ ਕਰਕੇ ਯਾਦ ਰੱਖਣਾ ਵੀ ਆਪਾਂ ਇੱਕ ਕੀਤੀ ਹੈ ਕੰਸਟਰਕਸ਼ਨ। ਕੀ ਕੰਸਟਰਕਸ਼ਨ ਕੀਤੀ ਹੈ? ਇਸ ਪੁਆਇੰਟ ਤੋਂ ਕੀ ਡ੍ਰੌਪ ਕੀਤਾ ਹੈ? ਪਰਪੈਂਡੀਕੂਲਰ, ਠੀਕ ਹੈ, SN। ਹੁਣ ਦੇਖੋ ਅਸੀਂ ਇਹਦੀ ਵੈਲਿਊ ਕੱਢਣਾ ਚਾਹੁੰਦੇ ਹਾਂ R ਦੀ ਮੈਗਨੀਟਿਊਡ ਦੇ ਵਿੱਚ। ਜਿਹੜਾ ਇਹ R ਹੈ ਇਹ A ਵੈਕਟਰ ਨਾਲ ਕਿੰਨਾ ਐਂਗਲ ਬਣਾ ਰਿਹਾ? ਬੀਟਾ। ਜਿਹੜਾ ਇਹ ਬੀਟਾ ਹੈ ਐਂਗਲ, ਇਹ ਆਪਾਂ ਨੂੰ ਦੱਸੇਗਾ ਇਹਦੀ ਡਾਇਰੈਕਸ਼ਨ, ਠੀਕ ਹੈ ਜੀ। ਇਹ ਆਪਣੇ ਕੋਲ ਕੀ ਦੱਸੇਗਾ? ਇਹਦੀ ਡਾਇਰੈਕਸ਼ਨ। ਦੇਖੋ ਜੇ ਬੀਟਾ ਛੋਟਾ ਹੋ ਗਿਆ ਤਾਂ ਵੇਖੋ ਰਿਜ਼ਲਟੈਂਟ ਦੀ ਡਾਇਰੈਕਸ਼ਨ ਇੱਧਰ ਹੋ ਜਾਣੀ ਹੈ। ਜਿਵੇਂ ਜਿਵੇਂ ਇਹਦੀ ਵੈਲਿਊ ਵਧੀ ਜਾਏਗੀ ਵੇਖੋ ਇੱਧਰ ਹੋ ਗਿਆ। ਤੇ ਨਾਲ ਨਾਲ ਆਪਣੇ ਕੋਲ ਕੀ ਐਂਗਲ ਤੋਂ ਸਾਨੂੰ ਕੀ ਪਤਾ ਕਰ ਲੱਗ ਰਿਹਾ ਵੀ ਰਿਜ਼ਲਟੈਂਟ ਕਿਹੜੀ ਸਾਈਡ ਦੇ ਉੱਪਰ ਲੱਗ ਰਿਹਾ। ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਤਾਂ ਬੀਟਾ ਆਪਣੇ ਕੋਲ ਕੀ ਦੱਸੇਗਾ? ਡਾਇਰੈਕਸ਼ਨ ਆਫ ਰਿਜ਼ਲਟੈਂਟ। ਤੇ ਡਾਇਰੈਕਸ਼ਨ ਜਿਹੜੀ ਬੀਟਾ ਇਹ ਐਂਗਲ ਕਿਹਦੇ ਨਾਲ ਬਣਾ ਰਿਹਾ? A ਵੈਕਟਰ ਨਾਲ, ਜਿਹੜੀ ਇਹ ਲੇਟਵੀਂ ਸਾਈਡ ਹੈਗੀ ਇਹਦੇ ਨਾਲ ਹੀ ਬਣੂਗਾ। ਜਿਹੜਾ ਵੀ ਤੁਸੀਂ ਇੱਥੇ ਵੈਕਟਰ ਜੇ P ਲਾਓਗੇ ਤਾਂ P ਨਾਲ ਬਣਾਓ। ਕਲੀਅਰ? ਡਾਇਗਰਾਮ ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਉਸ ਤੋਂ ਬਾਅਦ ਤਾਂ ਆਪਾਂ ਸਿੰਪਲੀ ਇਹਨੂੰ ਸੋਲਵ ਕਰਨਾ, ਠੀਕ ਹੈ ਜੀ। ਆਪਾਂ ਕੀ ਕੀਤਾ, ਆ ਆਪਣੇ ਕੋਲ ਇੱਕ ਜਿਹੜੀ ਟ੍ਰਾਇੰਗਲ ਬਣੀ ਹੋਈ ਹੈ, ਇਸ ਟ੍ਰਾਇੰਗਲ ਦੇ ਵਿੱਚ ਜਾ ਕੇ
ਪਾਈਥਾਗੋਰਸ ਥਿਊਰਮ ਹੈ ਆਪਾਂ ਅਪਲਾਈ ਕਰਤੀ ਰਾਈਟ ਐਂਗਲ। ਠੀਕ ਹੈ ਜੀ, ਇਹਦਾ ਮਤਲਬ ਕੀ ਹੋਇਆ ਪੀਐਸ ਸਕੁਅਰ ਹਾਈਪੋਟੇਨਿਊਜ਼ ਕੀ ਹੈ ਪੀਐਸ ਕਿੰਦੇ ਬਰਾਬਰ ਹੋਊਗਾ ਬੇਸ ਪਲੱਸ ਪਰਪੈਂਡੀਕੂਲਰ ਸਕੁਅਰ ਦੇ ਬਰਾਬਰ। ਤਾਂ ਪੀਐਸ ਸਕੁਅਰ ਕਿੰਦੇ ਬਰਾਬਰ ਹੋ ਗਿਆ ਪੀਐਨ ਸਕੁਅਰ ਪਲੱਸ ਐਸਐਨ ਸਕੁਅਰ ਪੀਐਨ ਸਕੁਅਰ ਪਲੱਸ ਐਸਐਨ ਸਕੁਅਰ। ਹੁਣ ਪੀਐਨ ਕਿੰਦੇ ਬਰਾਬਰ ਹੈ ਬੇਟੇ ਪੀ ਕਿਊ ਪਲੱਸ ਕਿਊ ਐਨ ਪੀਐਨ ਕਿੰਦੇ ਬਰਾਬਰ ਹੈ ਪੀ ਕਿਊ ਪਲੱਸ ਕਿਊ ਐਨ। ਆ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ। ਇੱਥੇ ਅਸੀਂ ਕੀ ਵੈਲਿਊ ਪੁੱਟ ਕਰਤੀ ਪੀ ਕਿਊ ਪਲੱਸ ਕਿਊ ਐਨ। ਹੁਣ a ਪਲੱਸ b ਦਾ ਹੋਲ ਸਕੁਅਰ ਕੀ ਹੁੰਦਾ ਬੇਟੇ a ਸਕੁਅਰ ਪਲੱਸ b ਸਕੁਅਰ ਪਲੱਸ 2ab। ਯਾਦ ਆ ਕਿ ਨਹੀਂ ਯਾਦ ਆ ਬੇਟੇ। Yes, sir. Yes, sir. ਆਪਾਂ ਕੀ ਕੀਤਾ ਇਸ ਪੁਆਇੰਟ ਦੇ ਉੱਪਰ ਜਿਹੜਾ ਇਹਦੀ ਵੈਲਿਊ ਐਡ ਕੀਤੀ ਹੈ ਇਹਦੇ ਉੱਤੇ ਪਾਈਥਾਗੋਰਸ ਥਿਊਰਮ ਲਾਈ ਪਹਿਲਾਂ, ਫਿਰ ਇਹਦਾ ਹੋਲ ਸਕੁਅਰ ਦਾ ਫਾਰਮੂਲਾ ਖੋਲਤਾ a ਸਕੁਅਰ ਕਿਊ ਐਨ ਦਾ b ਸਕੁਅਰ ਪਲੱਸ 2ab ਪੀ ਕਿਊ ਇੰਟੂ ਕਿਊ ਐਨ ਪਲੱਸ ਐਸ ਐਨ ਦਾ ਸਕੁਅਰ ਐਸ ਐਨ ਦਾ ਸਕੁਅਰ। ਠੀਕ ਹੈ, ਹੁਣ ਵੇਖੋ ਪੀ ਕਿਊ ਦੀ ਵੈਲਿਊ ਸਾਨੂੰ ਪਤਾ ਹੈ a ਮੈਗਨੀਟਿਊਡ ਦੀ ਗੱਲ ਕਰੀਏ। ਠੀਕ ਹੈ ਜੀ, ਸਾਨੂੰ ਕਿਊ ਐਨ ਦੀ ਵੈਲਿਊ ਨਹੀਂ ਪਤਾ, ਇਹਦੀ ਵੈਲਿਊ ਨਹੀਂ ਸਾਨੂੰ ਪਤਾ, ਐਸ ਐਨ ਦੀ ਵੈਲਿਊ ਨਹੀਂ ਪਤਾ। ਆ ਸਾਡੇ ਕੋਲ ਦੋ ਵੈਲਿਊ ਸਾਨੂੰ ਕੈਲਕੂਲੇਟ ਕਰਨੀਆਂ ਪੈਣਗੀਆਂ। ਇਹਦੇ ਵਾਸਤੇ ਅਸੀਂ ਕੀ ਕਰਾਂਗੇ ਅਸੀਂ ਛੋਟੀ ਰਾਈਟ ਐਂਗਲ ਟ੍ਰਾਇੰਗਲ ਚਲੇ ਜਾਵਾਂਗੇ। ਕਲੀਅਰ ਹੋਇਆ ਕਿ ਨਹੀਂ ਹੋਇਆ। ਇਸ ਟ੍ਰਾਇੰਗਲ ਦੇ ਵਿੱਚ ਚਲੇ ਜਾਵਾਂਗੇ। ਆਹ ਵੈਲਿਊ ਸਾਨੂੰ ਪਤਾ ਹੈ ਇਹ ਵੈਕਟਰ b ਹੈ। ਆਹ ਵੈਲਿਊ ਆ ਐਂਗਲ ਆਪਣੇ ਕੋਲ ਕੀ ਥੀਟਾ। ਹੁਣ ਜਿਹਦੇ ਚ ਸਾਈਨ ਥੀਟਾ ਕੈਲਕੂਲੇਟ ਕਰੀਏ ਤਾਂ ਕਹਿੰਦੇ ਬਰਾਬਰ ਹੋਊਗਾ ਪਰਪੈਂਡੀਕੂਲਰ ਬਾਏ ਹਾਈਪੋਟੇਨਿਊਜ਼। ਐਂਗਲ ਦੇ ਸਾਹਮਣੇ ਹਮੇਸ਼ਾ ਕੀ ਹੁੰਦਾ ਪਰਪੈਂਡੀਕੂਲਰ। ਯਾਦ ਰੱਖਣਾ ਹੈ ਜਿਹੜਾ ਵੇਖਣ ਚ ਪਰਪੈਂਡੀਕੂਲਰ ਲੱਗਦਾ ਉਹ ਨਹੀਂ ਪਰਪੈਂਡੀਕੂਲਰ ਹੁੰਦਾ। ਐਂਗਲ ਦੇ ਸਾਹਮਣੇ ਜਿਹੜਾ ਵੀ ਤੁਸੀਂ ਐਂਗਲ ਲੈ ਰਹੇ ਹੋ ਉਹਦੇ ਸਾਹਮਣੇ ਹਮੇਸ਼ਾ ਕੀ ਹੋਊਗਾ ਪਰਪੈਂਡੀਕੂਲਰ। ਇਹਦਾ ਮਤਲਬ ਵੈਲਿਊ ਕੀ ਹੋਊਗੀ ਐਸ ਐਨ ਬਾਈ ਹਾਈਪੋਟੇਨਿਊਜ਼ ਆਪਣੇ ਕੋਲ ਕੀ ਹੈ b। ਐਸ ਐਨ ਦੀ ਵੈਲਿਊ ਕੀ ਆ ਗਈ ਬੇਟੇ b ਸਾਈਨ ਥੀਟਾ। ਕੀ ਵੈਲਿਊ ਆ ਗਈ b ਸਾਈਨ ਥੀਟਾ। ਸਿਮਿਲਰਲੀ ਅਸੀਂ cos ਥੀਟਾ ਕੈਲਕੂਲੇਟ ਕਰ ਦਈਏ ਇਸੇ ਟ੍ਰਾਇੰਗਲ ਦੇ ਵਿੱਚ। cos ਥੀਟਾ ਕੀ ਹੁੰਦਾ ਬੇਸ ਬਾਈ ਹਾਈਪੋਟੇਨਿਊਜ਼। ਐਂਗਲ ਦੇ ਸਾਹਮਣੇ ਪਰਪੈਂਡੀਕੂਲਰ ਹੈ ਆ ਬੇਸ ਹੈ ਆ ਹਾਈਪੋਟੇਨਿਊਜ਼। ਬੇਸ ਆਪਣੇ ਕੋਲ ਕੀ ਹੈ ਬੇਟੇ ਫਿਗਰ ਚ ਵੇਖੋ ਕਿਊ ਐਨ QN. ਬਾਈ b। ਹਾਈਪੋਟੇਨਿਊਜ਼ ਕੀ ਹੈ ਆ ਸਾਈਡ ਆਪਣੇ को ਪਤਾ ਦੂਸਰਾ ਵੈਕਟਰ b ਹੈ। ਚਲ ਕਿਊ ਐਨ ਦੀ ਵੈਲਿਊ ਸਾਡੇ ਕੋਲ ਕੀ ਆ ਗਈ b cos ਥੀਟਾ। ਆਪਾਂ ਨੂੰ ਆ ਦੋਵੇਂ ਵੈਲਿਊ ਚਾਹੀਦੀਆਂ ਸੀ ਕਿਊ ਐਨ ਦੀ b cos ਥੀਟਾ ਆ ਗਈ ਐਸ ਐਨ ਦੀ ਕੀ ਆ ਗਈ b sin ਥੀਟਾ। ਅਸੀਂ ਦੋਵਾਂ ਦੀ ਵੈਲਿਊ ਹੁਣ ਕੀ ਕਰਾਂਗੇ ਇੱਥੇ ਪੁੱਟ ਕਰਾਂਗੇ ਪੀ ਕਿਊ ਦੀ ਵੈਲਿਊ ਸਾਨੂੰ ਪਤਾ a ਕਿਊ ਐਨ ਦੀ ਵੈਲਿਊ ਅਸੀਂ ਕੱਢ ਲਈ b cos ਥੀਟਾ। ਠੀਕ ਹੈ, ਐਸ ਐਨ ਦੀ ਵੈਲਿਊ ਵੀ ਅਸੀਂ ਕੱਢ ਲਈ b sin ਥੀਟਾ। ਬਾਕੀ ਵੈਲਿਊ ਸਾਨੂੰ ਪੀ ਕਿਊ ਦੀ ਪਤਾ ਹੈ ਇਹਦੀਆਂ ਵੈਲਿਊਜ਼ ਅਸੀਂ ਕੀ ਕਰਾਂਗੇ ਪੁੱਟ ਕਰ ਦਿਆਂਗੇ। ਪਹਿਲਾਂ ਇਸੇ ਤਰ੍ਹਾਂ ਨਾਲ ਕੈਲਕੂਲੇਟ ਕੀਤਾ ਦੇਖੋ। ਠੀਕ ਹੈ, cos ਕੈਲਕੂਲੇਟ ਕੀਤਾ putting the values of Sn and in equation ਇਹ ਇਕੁਏਸ਼ਨ ਚ ਪੁੱਟ ਕਰਤਾ। ਪੀ ਕਿਊ ਦੀ ਥਾਂ ਤੇ ਕੀ ਪੁੱਟ ਕੀਤਾ a ਕਿਊ ਐਨ ਦੀ ਥਾਂ ਤੇ b cos ਥੀਟਾ ਪੁੱਟ ਕਰਤਾ b cos ਥੀਟਾ ਪਲੱਸ 2 ਪੀ ਕਿਊ ਦੀ ਥਾਂ ਤੇ a ਕਿਊ ਐਨ ਦੀ ਥਾਂ ਤੇ b cos ਥੀਟਾ। ਇਹ ਬਣ ਗਿਆ 2ab cos ਥੀਟਾ ਪਲੱਸ ਐਸ ਐਨ ਦੀ ਥਾਂ ਤੇ ਕੀ ਹੈ b sin ਥੀਟਾ। ਕਰਤਾ ਸਕੇਅਰਿੰਗ ਕੀਤਾ ਇਹ ਬਣ ਗਿਆ b ਸਕੇਅਰ। ਇਹ ਬੇਟੇ ਆਪਣੇ ਕੋਲ ਕੀ ਕੀਤਾ ਇਹਨੇ ਸਿੱਧਾ ਇੱਕ ਸਟੈਪ ਖਾ ਗਿਆ। ਇਹਦੇ ਵਿੱਚੋਂ ਇਹਨੂੰ ਆਪਾਂ ਕੀ ਲਿਖਿਆ b ਸਕੇਅਰ cos ਸਕੇਅਰ ਥੀਟਾ। ਇਹਨੂੰ ਆਪਾਂ ਕੀ ਲਿਖਿਆ b ਸਕੇਅਰ sin ਸਕੇਅਰ ਥੀਟਾ। b ਸਕੇਅਰ ਕੀ ਹੈ ਕਾਮਨ ਕੱਢ ਲਿਆ sin ਸਕੇਅਰ ਥੀਟਾ ਪਲੱਸ cos ਸਕੇਅਰ ਥੀਟਾ ਕਿੰਦੇ ਬਰਾਬਰ ਹੁੰਦਾ ਹੈ ਬੇਟੇ Sir, 1. 1। ਇਹਦੀ ਵੈਲਿਊ ਕਿੰਨੀ ਹੁੰਦੀ ਹੈ 1। कहना मतलब आ टर्म है जी अपने को 1 होगी की रह गया a स्केयर प्लस b स्केयर प्लस 2ab cos थीटा। पॉइंट क्लियर होया कि नहीं होया बेटे क्लियर है। Yes, sir. बस सिंपली एक स्टेप है परपेंडिकुलर ड्रॉप करो परपेंडिकुलर ड्रॉप करने तो बाद पाइथागोरस थ्योरम लाओ
ਉਹਨੂੰ ਤੋੜ ਕੇ ਜਿਹੜੀ ਸਾਈਡ ਹੈ ਬੇਸ ਵਾਲੀ ਉਹਦੀਆਂ ਵੈਲਿਊਜ਼ ਪੁੱਟ ਕਰੋ, ਜਿਹੜੀ ਜਿਹੜੀ ਵੈਲਿਊ ਚਾਹੀਦੀ ਹੈ ਉਹ ਰਾਈਟ ਐਂਗਲ ਟ੍ਰਾਇੰਗਲ ਜਾ ਕੇ ਕੈਲਕੂਲੇਟ ਕਰ ਲਓ। ਠੀਕ ਹੈ, SN ਦੀ ਵੈਲਿਊ ਆ ਸੀਗੀ, ਇਹ ਸਾਰੀਆਂ ਆਪਾਂ ਪੁੱਟ ਕੀਤੀਆਂ ਤਾਂ ਸਾਡੇ ਕੋਲ R ਦੀ ਵੈਲਿਊ ਕੀ ਆ ਗਈ, ਇੱਧਰ ਸਕੁਅਰ ਸੀਗਾ, ਇੱਧਰ ਸਕੁਅਰ ਕੈਂਸਲ ਕਰੀ ਤੇ ਇੱਧਰ ਜਾ ਕੇ ਸਕੁਅਰ ਰੂਟ ਆ ਜਾਏਗਾ। ਤਾਂ ਹਮੇਸ਼ਾ ਆਪਾਂ ਯਾਦ ਰੱਖਣਾ ਵੀ ਰਿਜ਼ਲਟੈਂਟ ਦੀ ਵੈਲਿਊ ਕੀ ਹੁੰਦੀ ਹੈ, a ਸਕੁਅਰ ਪਲੱਸ b ਸਕੁਅਰ ਪਲੱਸ 2ab cos ਥੀਟਾ। ਇਹਨੂੰ ਫੀਡ ਕਰ ਲਓ ਵੀ ਜੇਕਰ ਦੋ ਵੈਕਟਰ ਹੈ, ਇੱਕ a ਵੈਕਟਰ ਹੈ ਇੱਕ b ਵੈਕਟਰ ਹੈ, ਦੇ ਆਰ ਐਕਟਿੰਗ ਐਟ ਐਨ ਐਂਗਲ ਥੀਟਾ, ਤਾਂ ਜਿਹੜਾ ਇਹਨਾਂ ਦਾ ਰਿਜ਼ਲਟੈਂਟ ਹੋਊਗਾ ਟੇਕਨ ਇਨ ਆਊਟ ਆਫ ਆਰਡਰ, ਜਿਹੜਾ ਇਹ r ਹੈ, ਇਹਦਾ ਮੈਗਨੀਟਿਊਡ ਕੀ ਹੋਊਗਾ, a ਸਕੁਅਰ ਪਲੱਸ b ਸਕੁਅਰ ਪਲੱਸ 2ab cos ਥੀਟਾ। ਥੀਟਾ ਇਜ਼ ਦੀ ਐਂਗਲ ਬਿਟਵੀਨ a ਵੈਕਟਰ ਐਂਡ b ਵੈਕਟਰ, ਯਾਦ ਰੱਖਣਾ। ਠੀਕ ਹੈ, ਹੁਣ ਇਹਦੀ ਡਾਇਰੈਕਸ਼ਨ ਕੈਲਕੂਲੇਟ ਕਰਨੀ ਹੈ ਤਾਂ ਕਿਵੇਂ ਕੈਲਕੂਲੇਟ ਕਰਾਂਗੇ, ਬੀਟੇ ਨਾਲ। ਇਹ ਸਲੋਪ ਹੀ ਹੋ ਗਿਆ, ਸਲੋਪ ਕਿਹਦੇ ਨਾਲ ਕੈਲਕੂਲੇਟ ਕਰੀ ਦੀ, ਟੈਨ ਥੀਟੇ ਨਾਲ। ਇੱਥੇ ਅਸੀਂ ਟੈਨ ਕੈਲਕੂਲੇਟ ਕਰ ਦਿੱਤੀ। ਹਾਂਜੀ ਬੇਟੇ, ਕੋਈ ਡਾਊਟ ਹੈ ਤਾਂ ਦੱਸੋ, ਇੱਥੋਂ ਤੱਕ No, sir. ਕਲੀਅਰ ਹੈ। ਹੁਣ R ਦੀ ਡਾਇਰੈਕਸ਼ਨ ਕੈਲਕੂਲੇਟ ਕਰਨੀ ਹੈ ਤਾਂ ਅਸੀਂ ਫਿਗਰ ਦੇ ਵਿੱਚ ਦੇਖਿਆ ਸੀਗਾ, ਇਸ ਤਰ੍ਹਾਂ ਨਾਲ ਆਪਣੇ ਕੋਲ ਆਪਾਂ ਬਣਾਈ ਸੀ। ਆ ਕੋਈ ਆਪਾਂ ਫਿਗਰ ਬਣਾਈ ਹੈ ਜਿਹੜੀ ਇਸ ਤਰ੍ਹਾਂ ਨਾਲ ਆਪਣੇ ਕੋਲ ਬਣੀ ਸੀ। ਠੀਕ ਹੈ, ਆ R ਵੈਕਟਰ ਹੈ, ਆ A ਵੈਕਟਰ ਹੈ, B ਵੈਕਟਰ ਹੈ। ਇੱਥੋਂ ਅਸੀਂ ਕੀ ਡ੍ਰੌਪ ਕੀਤਾ ਸੀ ਬੇਟੇ, ਪਰਪੈਂਡੀਕੂਲਰ। ਠੀਕ ਹੈ, ਆ ਐਂਗਲ ਸੀ ਥੀਟਾ ਤੇ ਆਹ ਵਾਲਾ ਐਂਗਲ ਕੀ ਸੀਗਾ, ਬੀਟਾ। ਹੁਣ ਆਪਾਂ ਨੂੰ ਪਤਾ ਹੈ ਵੀ ਜਿਹੜਾ ਆ R ਹੈ ਇਹਦੀ ਡਾਇਰੈਕਸ਼ਨ ਕੌਣ ਦੱਸੂਗਾ, ਆ ਬੀਟਾ ਐਂਗਲ। ਤੇ ਬੀਟਾ ਇੱਥੇ ਕੀ ਹੈ, ਸਲੋਪ ਹੀ ਹੈ, ਢਾਲ ਹੀ ਹੈ। ਉਹ ਅਸੀਂ ਕਿਵੇਂ ਕੈਲਕੂਲੇਟ ਕਰਦੇ ਹਾਂ, ਟੈਂਜੈਂਟ। ਟੈਂਜੈਂਟ ਬੀਟਾ ਕਹਿੰਦੇ ਬਰਾਬਰ ਹੋਊਗਾ ਬੇਟਾ। ਟੈਂਜੈਂਟ ਕੀ ਹੁੰਦਾ, ਪੰਡਤ ਬੱਦਰੀ ਪ੍ਰਸ਼ਾਦ ਹਰ ਹਰ ਬੋਲੇ, ਪਰਪੈਂਡੀਕੂਲਰ ਬਾਏ ਬੇਸ ਕੀ ਹੋਊਗਾ ਆਪਣੇ ਕੋਲੇ, ਪਰਪੈਂਡੀਕੂਲਰ ਬਾਏ ਬੇਸ। ਹੁਣ ਆ ਐਂਗਲ ਬੀਟਾ ਹੈ, ਬੀਟੇ ਦੇ ਸਾਹਮਣੇ ਪਰਪੈਂਡੀਕੂਲਰ ਕੀ ਹੋ ਗਿਆ, ਆ SN ਜਿਹੜਾ ਅਸੀਂ ਕੈਲਕੂਲੇਟ ਕੀਤਾ ਸੀ ਪਰਪੈਂਡੀਕੂਲਰ ਹੋ ਗਿਆ ਬਾਏ ਬੇਸ। ਆ ਵੈਲਿਊ ਸੀ ਜਿਹੜੀ ਆਪਾਂ ਕੈਲਕੂਲੇਟ ਕੀਤੀ ਸੀਗੀ, PQN। ਇਹ ਆਪਣੇ ਕੋਲ ਇਹਨੂੰ ਮੈਂ ਸਿੱਧਾ ਲਿਖਦਾ PQ ਪਲੱਸ QN, ਕਿਉਂਕਿ ਅਸੀਂ ਇਸ ਐਂਗਲ ਦੇ ਵਿੱਚ ਸਾਰੀ ਚ ਗਏ ਹਾਂ। ਠੀਕ ਹੈ ਜੀ, SN ਦੀ ਅਸੀਂ ਵੈਲਿਊ ਕੈਲਕੂਲੇਟ ਕੀਤੀ ਹੋਈ, ਕੀ ਵੈਲਿਊ ਕੈਲਕੂਲੇਟ ਕੀਤੀ ਸੀ, ਖੜੀ ਹੋਈ ਸਾਈਡ ਸਿੱਧਾ ਯਾਦ ਰੱਖੋ ਨਾ, ਜਿਹੜੀ ਵਰਟੀਕਲ ਸਾਈਡ ਸੀ ਉਹਦਾ ਸਾਈਨ ਥੀਟੇ ਵਾਲੀ, ਜਿਹੜੀ ਆ ਹੌਰੀਜੈਂਟਲ ਵਾਲੀ ਸੀ ਉਹਦੀ ਕਾਸ ਥੀਟੇ ਵਾਲੀ ਵੈਲਿਊ। SN ਦੀ ਵੈਲਿਊ ਕੀ ਹੋਗੀ ਫਿਰ ਬੇਟੇ, B ਸਾਈਨ ਥੀਟਾ। PQ ਦੀ ਵੈਲਿਊ ਕੀ ਹੈ, A। QN ਦੀ ਵੈਲਿਊ ਕੀ, ਹੌਰੀਜੈਂਟਲ ਸਾਈਡ ਹੈ, ਹੁਣੇ ਮੈਂ ਤੁਹਾਨੂੰ ਦੱਸਿਆ ਇਹਦੀ B cos ਥੀਟਾ। ਕਲੀਅਰ ਹੋਇਆ ਕਿ ਨਹੀਂ, ਆਹ ਫਾਰਮੂਲਾ ਯਾਦ ਰੱਖਣਾ ਵੀ ਟੈਨ ਬੀਟਾ ਕਹਿੰਦੇ ਬਰਾਬਰ ਹੁੰਦਾ B sin ਥੀਟਾ ਓਵਰ A plus B cos ਥੀਟਾ। ਦਿਸ ਵਿਲ ਗਿਵ ਦੀ ਡਾਇਰੈਕਸ਼ਨ, ਇਹ ਆਪਣੇ ਕੋਲ ਕੀ ਦੱਸੂਗਾ, ਡਾਇਰੈਕਸ਼ਨ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ, ਹਾਂਜੀ ਬੇਟੇ, ਜੇ ਤੇ ਕੋਈ ਡਾਊਟ ਹੈ ਦੱਸੋ, ਨਹੀਂ ਤਾਂ ਫਿਰ ਚੱਲੀਏ ਅੱਗੇ। ਕਲੀਅਰ, ਰਿਵਾਈਜ਼ ਕਰਾ ਦਿੰਦੇ ਇੱਕ ਮਿੰਟ ਦੇ ਵਿੱਚ ਦੁਬਾਰਾ ਕੀਤਾ ਕੀ ਹੈ। ਅਸੀਂ ਟ੍ਰਾਇੰਗਲ ਦਾ ਲਾ ਕੀਤਾ, ਟ੍ਰਾਇੰਗਲ ਦਾ ਲਾ ਕੀ ਕਹਿੰਦਾ, ਇਫ ਟੂ ਵੈਕਟਰਸ ਆਰ ਐਕਟਿੰਗ ਅਲੋਂਗ ਦੀ ਟੂ ਸਾਈਡਸ ਆਫ ਅ ਟ੍ਰਾਇੰਗਲ, ਇਸ ਤਰ੍ਹਾਂ ਦੀਆਂ ਹੋਣੀ ਚਾਹੀਦੀਆਂ ਸਾਈਡਸ, ਟੇਕਨ ਇਨ ਆਰਡਰ, ਟੇਕਨ ਇਨ ਆਰਡਰ, then the resultant is represented by the third side of the, ਪਹਿਲਾਂ ਦੇਖੋ ਦੋ ਸਾਈਡਸ ਕੀ ਹੈ, A ਵੈਕਟਰ ਆ ਕੋਈ B ਵੈਕਟਰ ਹੈ, ਇਸ ਤਰ੍ਹਾਂ ਨਾਲ ਹੈ ਇਨ ਆਰਡਰ। ਇਸ ਪੁਆਇੰਟ ਤੇ ਕੀ ਹੈ, ਹੈਡ ਵਿਦ ਟੇਲ ਹੈ, ਇਨ ਆਰਡਰ ਹੋ ਗਏ। then the resultant is represented by the third side of the triangle taken in out of order, ਵੇਖਿਓ ਹੈਡ ਟੂ ਹੈਡ ਹੋ ਗਿਆ, ਇਹ R ਹੈ। ਇਹਦਾ ਮਤਲਬ ਜਿਹੜਾ R ਵੈਕਟਰ ਹੈ ਉਹ ਕਹਿੰਦੇ ਬਰਾਬਰ ਹੋਊਗਾ A ਵੈਕਟਰ ਪਲੱਸ B ਵੈਕਟਰ। ਜਿਹੜਾ ਪ੍ਰੋਬਲਮ ਆਪਾਂ ਨੂੰ ਆਈ ਵੀ R ਵੈਕਟਰ ਹੈ, ਇਹਦਾ ਮਤਲਬ ਇਹਦੇ ਕੋਲ ਕੀ ਹੈ, ਮੈਗਨੀਟਿਊਡ ਪਲੱਸ ਡਾਇਰੈਕਸ਼ਨ। ਤਾਂ ਪਹਿਲਾਂ ਅਸੀਂ R ਵੈਕਟਰ ਦਾ ਮੈਗਨੀਟਿਊਡ ਜਾਂ ਸਿੰਪਲੀ R ਵੈਲਿਊ ਕੈਲਕੂਲੇਟ ਕਰੀਏ, ਉਹਦੇ ਵਾਸਤੇ ਕੰਸਟਰਕਸ਼ਨ ਕੀਤੀ, ਇੱਥੋਂ ਕੀ ਡਰਾਅ ਕੀਤਾ ਬੇਟੇ, ਇੱਥੇ ਪਰਪੈਂਡੀਕੂਲਰ,
ਠੀਕ ਹੈ ਜੀ। ਜਦੋਂ ਅਸੀਂ ਪਰਪੈਂਡੀਕੂਲਰ ਡਰਾ ਕੀਤਾ ਤਾਂ ਆ ਐਂਗਲ ਆਪਣੇ ਕੋਲ ਕੀ ਹੋ ਗਿਆ 90 ਡਿਗਰੀ। ਇਹਨੂੰ ਆਪਾਂ ਕਿਹਾ ਸੀ P, ਇਹਨੂੰ ਆਪਾਂ ਕਿਹਾ ਸੀ Q, ਇਹਨੂੰ ਕਿਹਾ ਸੀ ਆਪਾਂ N, ਇਹਨੂੰ ਕਿਹਾ ਸੀ S। ਹੁਣ ਆ ਐਂਗਲ ਕੀ ਹੈ ਬੀਟਾ, A ਨਾਲ ਬਣਾ ਲਿਆ। ਆ ਐਂਗਲ ਕੀ ਹੈ ਥੀਟਾ। ਤਾਂ ਅਸੀਂ ਵੱਡੀ ਰਾਈਟ ਐਂਗਲ ਟ੍ਰਾਇੰਗਲ ਚ ਗਏ PNS, ਜਿਹੜੀ ਰਾਈਟ ਐਂਗਲ ਟ੍ਰਾਇੰਗਲ ਚ ਗਏ PNS। ਇਹਦੇ ਵਿੱਚ ਆਪਾਂ ਕੀ ਲਾਇਆ ਬੇਟੇ, ਪਾਈਥਾਗੋਰਸ ਥਿਊਰਮ। ਪਾਈਥਾਗੋਰਸ ਥਿਊਰਮ ਕੀ ਹੁੰਦੀ ਹੈ ਵੀ ਜਿਹੜਾ ਹਾਈਪੋਟੀਨਿਊਜ਼ ਦਾ ਸਕੁਅਰ ਹੈ, ਲੰਬੀ ਸਾਈਡ ਦਾ ਸਕੁਅਰ, ਉਹ ਕਹਿੰਦੇ ਬਰਾਬਰ ਹੁੰਦਾ ਬੇਸ ਦਾ ਸਕੁਅਰ ਪਲੱਸ ਪਰਪੈਂਡੀਕੂਲਰ ਦਾ ਸਕੁਅਰ। ਠੀਕ ਹੈ, ਇਸ ਟ੍ਰਾਇੰਗਲ ਚ ਗਏ ਆਪਾਂ ਐਂਗਲ ਲੈ ਰਹੇ ਆ ਆਪਣੇ ਕੋਲ ਕੀ ਆ ਪਰਪੈਂਡੀਕੂਲਰ, ਆ ਨੀਚਲੀ ਸਾਈਡ ਕੀ ਬੇਸ ਹੈ, ਆ ਹਾਈਪੋਟੀਨਿਊਜ਼। ਇਹਦਾ ਮਤਲਬ ਜਿਹੜਾ ਆਰ ਦਾ ਸਕੁਅਰ ਹੈ, ਆਰ ਦਾ ਸਕੁਅਰ ਸਾਡੇ ਕੋਲ ਕਿੰਦੇ ਬਰਾਬਰ ਬਣ ਗਿਆ, ਉਹ ਬਣ ਗਿਆ Pn ਦਾ ਸਕੁਅਰ ਪਲੱਸ Sn ਦਾ ਸਕੁਅਰ। ਹੁਣ Pn ਨੂੰ ਕੀ ਲਿਖ ਸਕਦੇ ਸੀ ਆਪਾਂ, PQ ਪਲੱਸ Qn ਦਾ ਸਕੁਅਰ ਪਲੱਸ Sn ਦਾ ਸਕੁਅਰ। ਇਹਨੂੰ ਆਪਾਂ ਸੋਲਵ ਕਰਤਾ, a ਸਕੁਅਰ ਪਲੱਸ b ਸਕੁਅਰ ਪਲੱਸ 2ab cos ਥੀਟਾ। ਆਪਣੇ ਕੋਲ ਕਿੰਦੀ ਵੈਲਿਊ ਆਣੀ ਸੀ Qn ਦੀ ਤੇ Sn ਦੀ। ਤਾਂ ਆਪਾਂ ਇਹਨੂੰ ਯਾਦ ਹੀ ਕਰ ਲਿਆ ਵੀ ਜਿਹੜੀ ਹੌਰੀਜੈਂਟਲ ਸਾਈਡ ਹੈ Qn, ਇਹਦੀ ਵੈਲਿਊ ਕੀ ਆਈ b cos ਥੀਟਾ। ਜਿਹੜੀ ਵਰਟੀਕਲ ਸਾਈਡ ਹੈ Sn, ਇਹਦੀ ਵੈਲਿਊ ਕੀ ਆਈ b sin ਥੀਟਾ। ਆਹ ਟ੍ਰਾਇੰਗਲ ਦੇ ਵਿੱਚ ਜਾ ਕੇ ਅਸੀਂ ਇਹਨੂੰ ਕੈਲਕੂਲੇਟ ਕੀਤਾ, ਛੋਟੀ ਟ੍ਰਾਇੰਗਲ ਸੀ ਜਿੱਥੇ ਐਂਗਲ ਥੀਟਾ ਸੀਗਾ। ਆਹ ਸਾਈਡ ਸਾਨੂੰ b ਪਤਾ ਸੀ, ਇੱਕ ਵਾਰੀ sin ਥੀਟਾ ਕੱਢਤਾ ਇਹਦੇ ਵਿੱਚ, ਇੱਕ ਵਾਰੀ cos ਥੀਟਾ। ਆਹ ਵੈਲਿਊ ਜਿਹੜੀਆਂ ਆ ਗਈਆਂ, ਇਹਨਾਂ ਨੂੰ ਪੁੱਟ ਕਰਨ ਤੋਂ ਬਾਅਦ ਸਾਡੇ ਕੋਲ ਰਿਜ਼ਲਟੈਂਟ ਕੀ ਆਇਆ ਸੀ, a ਸਕੁਅਰ ਪਲੱਸ b ਸਕੁਅਰ ਪਲੱਸ 2ab cos ਥੀਟਾ। ਫਿਰ ਸਾਨੂੰ ਚਾਹੀਦੀ ਸੀ ਡਾਇਰੈਕਸ਼ਨ। ਡਾਇਰੈਕਸ਼ਨ ਕੌਣ ਦੱਸਦਾ ਸੀ ਬੇਟੇ, ਜਿਹੜਾ ਇਹਦੇ ਵਿੱਚ ਇਸ ਤਰ੍ਹਾਂ ਨਾਲ ਆਪਾਂ ਟ੍ਰਾਇੰਗਲ ਬਣਾਈ ਸੀ ਤਾਂ ਆਹ ਐਂਗਲ ਸੀਗਾ ਜਿਹੜਾ ਬੀਟਾ। ਠੀਕ ਹੈ, ਇਹ ਸਲੋਪ ਹੈ, ਸਾਨੂੰ ਪਤਾ ਵੀ ਉੱਪਰ ਥੱਲੇ ਜਿੰਨੀ ਵੀ ਵੈਲਿਊ ਹੋਊਗੀ ਤੁਹਾਨੂੰ ਡਾਇਰੈਕਸ਼ਨ ਦੱਸੂ, ਤਾਂ ਸਾਨੂੰ ਪਤਾ ਵੀ ਇਹ ਚੀਜ਼ ਤਾਂ ਸਲੋਪ ਹੁੰਦੀ ਹੈ। ਤਾਂ ਅਸੀਂ ਕੀ ਕੈਲਕੂਲੇਟ ਕਰਤਾ, ਸਲੋਪ ਕੌਣ ਦੱਸਦਾ, ਟੈਂਜੈਂਟ। ਟੈਂਜੈਂਟ ਕੀ ਹੁੰਦਾ, ਪਰਪੈਂਡੀਕੂਲਰ ਬਾਈ ਬੇਸ। ਆ ਐਂਗਲ ਬੀਟਾ, ਬੀਟਾ ਦੇ ਸਾਹਮਣੇ ਪਰਪੈਂਡੀਕੂਲਰ ਕੀ ਹੋ ਗਿਆ Sn, ਖੜੀ ਹੋਈ ਸਾਈਡ b sin ਥੀਟਾ ਡਿਵਾਈਡ ਬਾਈ ਹੌਰੀਜੈਂਟਲ ਸਾਈਡ। ਇਹ ਦੋ ਟੋਟਿਆਂ 'ਚ ਡਿਵਾਈਡ ਕੀਤੀ ਹੋਈ ਸੀ। ਆ a ਸੀ, ਆ ਆਪਣੇ ਕੋਲ ਕੀ ਸੀਗਾ b cos ਥੀਟਾ, ਥੱਲੇ ਆਪਾਂ ਲਿਖਤਾ a plus b cos ਥੀਟਾ। ਆ ਡਾਇਰੈਕਸ਼ਨ ਆ। ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ। ਯੈਸ ਸਰ। ਠੀਕ ਹੈ, ਲਓ ਹੁਣ ਆਪਾਂ ਇਹਦੇ ਸਪੈਸ਼ਲ ਕੇਸ ਦੇਖੋ ਬੇਟੇ, ਵੀ ਜਿਹੜੇ ਦੋ ਵੈਕਟਰ ਸਾਡੇ ਕੋਲ ਅਸੀਂ ਲੈ ਕੇ ਚੱਲੇ ਸੀ ਆਪਣੇ ਵਾਲੇ ਕੇਸ ਦੇ ਵਿੱਚ, ਤਾਂ ਆਪਾਂ ਇਹ ਲੈ ਕੇ ਚੱਲੇ ਆ ਵੀ a ਵੈਕਟਰ ਤੇ b ਵੈਕਟਰ ਕਿਵੇਂ ਐਕਟ ਕਰ ਰਹੇ ਆ। ਆ b ਵੈਕਟਰ ਸੀ ਤੇ ਆ a ਵੈਕਟਰ ਸੀ, ਇਹ ਕਿਵੇਂ ਐਕਟ ਕਰ ਰਹੇ ਐਟ ਐਨ ਐਂਗਲ ਥੀਟਾ। ਤਾਂ ਇਹ ਵੀ ਹੋ ਸਕਦਾ ਵੀ ਇਹ b ਵੈਕਟਰ a ਵੈਕਟਰ ਦੀ ਸਾਈਡ ਤੇ ਆ ਜਾਏ, ਜਾਂ ਇਹ ਵੀ ਹੋ ਸਕਦਾ ਵੀ ਇੱਥੇ ਆ ਜਾਏ 90 ਡਿਗਰੀ ਤੇ, ਜਾਂ ਇਹ ਵੀ ਹੋ ਸਕਦਾ ਇੱਧਰ ਆ ਜਾਏ 180 ਡਿਗਰੀ ਤੇ। ਇਹ ਤਿੰਨ ਕੇਸ ਆਪਾਂ ਡਿਸਕਸ ਕਰਨੇ ਆ। ਜਦੋਂ ਥੀਟਾ ਹੋਊਗਾ 0 ਡਿਗਰੀ, ਜਾਂ ਆਪਣੇ ਕੋਲ ਕੀ ਹੋਊਗਾ 90 ਡਿਗਰੀ ਜਾਂ 180 ਡਿਗਰੀ। ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ। ਸਪੈਸ਼ਲ ਕੇਸ, ਤਾਂ ਪਹਿਲਾ ਕੇਸ ਕੀ ਹੈ, ਸੇਮ ਡਾਇਰੈਕਸ਼ਨ ਚ ਬੋਥ ਦੀ ਵੈਕਟਰਸ ਆਰ ਐਕਟਿੰਗ ਇਨ ਸੇਮ ਡਾਇਰੈਕਸ਼ਨ। ਸੇਮ ਡਾਇਰੈਕਸ਼ਨ ਦਾ ਮਤਲਬ ਇਸ ਤਰ੍ਹਾਂ ਨਾਲ a ਵੈਕਟਰ ਤੇ b ਵੈਕਟਰ ਜਦੋਂ ਸੇਮ ਡਾਇਰੈਕਸ਼ਨ ਚ, ਤਾਂ ਐਂਗਲ ਕਿੰਨਾ ਹੋਊਗਾ, ਹਮੇਸ਼ਾ ਯਾਦ ਰੱਖੋ ਕਿੰਨਾ ਹੋਊਗਾ 0 ਡਿਗਰੀ। ਦੇਖੋ ਬੇਟੇ ਐਂਗਲ ਇਸ ਤਰ੍ਹਾਂ ਨਾਲ ਬਣਾਇਆ ਨਾ, ਆ ਐਂਗਲ ਬਣਾਇਆ ਨਾ, ਆ b ਵੈਕਟਰ ਸੀ, ਆ a ਵੈਕਟਰ ਸੀ, ਤਾਂ ਆ ਐਂਗਲ ਥੀਟਾ ਸੀ। ਜਾਂ ਐਂਗਲ ਘੁੰਮ ਕੇ ਇਹਦੇ ਸਾਈਡ ਦੇ ਵਿੱਚ ਹੀ ਆ ਜੇ ਇਸ ਤਰ੍ਹਾਂ ਨਾਲ, ਤਾਂ ਆ ਐਂਗਲ ਕੀ ਹੋ ਜਾਊਗਾ, ਖਤਮ ਨਾ ਹੋ ਜਾਊਗਾ। ਤਾਂ ਥੀਟਾ ਕਿੰਨਾ ਹੋ ਜਾਊਗਾ ਇੱਥੇ 0 ਡਿਗਰੀ ਨਾ ਹੋ ਜਾਊ ਬੇਟੇ। ਕਲੀਅਰ ਹੋਇਆ ਕਿ ਨਹੀਂ ਹੋਇਆ। ਇਹਦਾ ਮਤਲਬ ਕੀ ਹੈ, ਜਦੋਂ ਵੈਕਟਰ ਕੀ ਹੋਣ ਪੈਰਲਰ ਹੋਣ ਸੇਮ ਡਾਇਰੈਕਸ਼ਨ ਚ, ਇਹਨੂੰ ਆਪਾਂ ਕਹਿੰਦੇ ਪੈਰਲਰ, ਜਾਂ ਹੁਣ ਸੇਮ ਡਾਇਰੈਕਸ਼ਨ ਚ, ਤਾਂ ਥੀਟਾ ਕਿੰਨਾ ਹੋਊਗਾ 0 ਡਿਗਰੀ। ਬਸ ਹੁਣ ਆਪਾਂ ਵੈਲਿਊ ਪੁੱਟ ਕਰਨੀ ਹੈ। ਆਰ ਕਿੰਦੇ ਬਰਾਬਰ ਹੈ a ਸਕੁਅਰ ਪਲੱਸ b ਸਕੁਅਰ ਪਲੱਸ 2ab cos ਥੀਟਾ। ਜੇ ਸੇਮ ਡਾਇਰੈਕਸ਼ਨ ਚ, ਤਾਂ ਥੀਟਾ ਕਿੰਨਾ 0 ਡਿਗਰੀ। cos 0 ਦੀ ਵੈਲਿਊ ਕਿੰਨੀ ਹੁੰਦੀ ਬੇਟੇ, ਮੈਂ ਤੁਹਾਨੂੰ ਕਿਹਾ ਇਸ ਤਰ੍ਹਾਂ ਨਾਲ ਲਿਖ ਕੇ ਦੇਖੋ, cos 0 ਦੀ ਵੈਲਿਊ ਕਿੰਨੀ ਹੈ। ਉੱਪਰ ਵਾਲੀਆਂ ਵੈਲਿਊ ਹੈਗੀਆਂ ਸਾਈਨ ਦੀਆਂ 0 ਤੇ 1,
ਸਾਈਨ 0 ਡਿਗਰੀ ਦੀ, ਸਾਈਨ 90 ਡਿਗਰੀ ਦੀ। ਨੀਚੇ ਵਾਲੀਆਂ ਵੈਲਿਊ ਕਿੰਨੀਆਂ cos ਦੀਆਂ, ਤਾਂ cos 0 ਦੀ ਵੈਲਿਊ ਕਿੰਨੀ ਹੈ 1। ਕਲੀਅਰ ਹੋਇਆ ਕਿ ਨਹੀਂ ਹੋਇਆ? ਹਾਂਜੀ ਬੇਟੇ, cos 0 ਦੀ ਵੈਲਿਊ ਕਿੰਨੀ ਹੈ 1। ਇਹਦਾ ਮਤਲਬ cos 0 ਕਿੰਨਾ ਹੋ ਗਿਆ ਆਪਣੇ ਕੋਲੇ 1 ਹੋ ਗਿਆ। ਇੱਥੇ ਆ ਟਰਮ ਵਿੱਚੋਂ ਖਤਮ ਹੋ ਗਈ, ਤਾਂ ਰਿਜ਼ਲਟੈਂਟ ਦੀ ਵੈਲਿਊ ਕੀ ਆ ਗਈ a ਸਕੁਅਰ ਪਲੱਸ b ਸਕੁਅਰ ਪਲੱਸ 2ab cos 0 1 ਹੋ ਗਿਆ। ਹੁਣ ਆਹ ਚੀਜ਼ ਕੀ ਬਣ ਗਈ ਬੇਟੇ, a ਪਲੱਸ b ਦਾ ਹੋਲ ਸਕੁਅਰ ਨਹੀਂ ਬਣ ਗਈ? a ਸਕੁਅਰ ਪਲੱਸ b ਸਕੁਅਰ ਪਲੱਸ 2ab cos 2ab। ਹੁਣ ਆ ਸਕੁਅਰ ਰੂਟ ਹੈ, ਸਕੁਅਰ ਇੱਕ ਦੂਜੇ ਨੂੰ ਕੀ ਕਰ ਦਿੰਦੇ ਕੈਂਸਲ। ਇਹਦਾ ਮਤਲਬ r ਆਪਣੇ ਕੋਲ ਕਹਿੰਦੇ ਬਰਾਬਰ ਆ ਗਿਆ a ਪਲੱਸ b। r ਕਹਿੰਦੇ ਬਰਾਬਰ ਆ ਗਿਆ a ਪਲੱਸ b। ਕਲੀਅਰ ਹੋਇਆ ਕਿ ਨਹੀਂ ਹੋਇਆ? ਕਹਿੰਦਾ ਮਤਲਬ ਇਹ ਹੈ ਵੀ ਜੇਕਰ ਦੋ ਵੈਕਟਰ ਸੇਮ ਡਾਇਰੈਕਸ਼ਨ ਦੇ ਵਿੱਚ ਐਕਟ ਕਰ ਰਹੇ ਆ ਤਾਂ ਕੀ ਹੋ ਜਾਣਗੇ, ਉਹ ਐਡ ਹੋ ਜਾਣ। ਕੀ ਹੋ ਜਾਣਗੇ? ਐਡ ਹੋ ਜਾਣਗੇ, ਕਿਉਂਕਿ ਰਿਜ਼ਲਟੈਂਟ ਦੇ ਫਾਰਮੂਲੇ ਤੋਂ ਅਸੀਂ ਸੋਲਵ ਕੀਤਾ ਵੀ ਉਹ ਕਹਿੰਦੇ ਬਰਾਬਰ ਆਉਂਦਾ a ਪਲੱਸ b। ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਯੈਸ ਸਰ। ਠੀਕ ਹੈ, ਹੁਣ ਆਪਾਂ ਸੈਕੰਡ ਕੇਸ ਕਰੀਏ। ਆਪਾਂ ਕਹੀਏ if two vectors are acting in the opposite direction। ਮੰਨ ਲਓ ਪਹਿਲਾਂ ਇਹ ਕਰਦੇ ਹਾਂ 90 ਤੋਂ ਪਹਿਲਾਂ opposite direction। ਦੋ ਵੈਕਟਰ ਹੈ ਜਿਹੜੇ ਆਪਣੇ ਕੋਲ ਕਿਵੇਂ ਐਕਟ ਕਰ ਰਹੇ, they are acting in the opposite direction। ਇੱਕ ਵੈਕਟਰ ਇੱਧਰ ਹੈ a, ਠੀਕ ਹੈ ਜੀ। ਸੈਕੰਡ ਆਪਣੇ ਕੋਲ ਕੀ ਹੈ, ਆਹ ਕੋਈ ਵੈਕਟਰ ਹੈ b। both are acting in the opposite direction। ਜੇਕਰ opposite direction ਚ ਐਕਟ ਕਰ ਰਹੇ ਹੈ, ਆ a ਵੈਕਟਰ ਹੈ, ਆ b ਵੈਕਟਰ ਹੈ, ਦੋਵਾਂ ਚ ਐਂਗਲ ਕਿੰਨਾ ਹੋ ਗਿਆ ਜਿਹੜਾ ਥੀਟਾ ਬਣਦਾ ਸੀ ਟੇਲ ਟੂ ਟੇਲ 180 ਡਿਗਰੀ। ਤਾਂ ਸਿੱਧਾ ਯਾਦ ਹੀ ਰੱਖਣਾ ਵੀ ਸੇਮ ਡਾਇਰੈਕਸ਼ਨ ਦੇ ਵਿੱਚ ਜਾਂ ਪੈਰਲਰ ਐਕਟ ਕਰ ਰਹੇ ਹੈ ਤਾਂ ਐਂਗਲ 0 ਡਿਗਰੀ ਹੋਊਗਾ। ਅਪੋਜ਼ਿਟ ਡਾਇਰੈਕਸ਼ਨ ਜਾਂ ਐਂਟੀ ਪੈਰਲਰ ਐਕਟ ਕਰ ਰਹੇ ਤਾਂ ਥੀਟਾ ਕਿੰਨਾ ਹੋਊਗਾ 180 ਡਿਗਰੀ। ਕਲੀਅਰ ਹੈ ਬੇਟੇ? ਇਹਦਾ ਮਤਲਬ ਹੁਣ ਸਾਡੇ ਕੋਲ ਥੀਟਾ ਕਿੰਨਾ ਹੋ ਗਿਆ ਬੇਟੇ 180 ਡਿਗਰੀ। ਹੁਣ ਅਸੀਂ ਕੈਲਕੂਲੇਟ ਕਰਨਾ ਹੈ ਰਿਜ਼ਲਟੈਂਟ। ਰਿਜ਼ਲਟੈਂਟ ਕਿਵੇਂ ਕੈਲਕੂਲੇਟ ਕਰਾਂਗੇ? ਸਾਨੂੰ ਫਾਰਮੂਲਾ ਪਤਾ ਰਿਜ਼ਲਟੈਂਟ ਦਾ, r ਕਿੰਦੇ ਬਰਾਬਰ ਹੁੰਦਾ a ਸਕੁਅਰ ਪਲੱਸ b ਸਕੁਅਰ ਪਲੱਸ 2ab cos ਥੀਟਾ। ਥੀਟਾ ਕਿੰਨਾ 180 ਡਿਗਰੀ। cos 180 ਦੀ ਵੈਲਿਊ ਕਿੰਨੀ ਹੁੰਦੀ ਬੇਟੇ? -1 ਕਿੰਨੀ ਹੁੰਦੀ ਹੈ? ਆ ਦੇਖੋ cos of ਇਹਨੂੰ ਐ ਲਿਖ ਸਕਦੇ ਆ 90 ਪਲੱਸ 90। 90 ਪਲੱਸ 90 ਕੀਤਾ ਤਾਂ ਸੈਕਿੰਡ ਕੁਆਡਰੈਂਟ ਚਲਾ ਗਿਆ, 90 ਤੇ ਚੇਂਜ ਆਉਂਦੀ ਹੈ। cos ਤੋਂ ਕੀ ਬਣ ਗਿਆ sin 90। ਸਕੂਲ ਟੂ ਕਾਲਜ ਵਾਲਾ ਫਾਰਮੂਲਾ, ਆਲ ਸਕੂਲ ਟੂ ਕਾਲਜ। ਸੈਕਿੰਡ ਚ ਸਾਈਨ ਪੋਜ਼ਿਟਿਵ ਹੁੰਦਾ, ਆਪਣਾ cos ਹੈ, ਇਸ ਲਈ ਆ ਵੈਲਿਊ ਕੀ ਹੋਊਗੀ ਮਾਈਨਸ। ਆ ਵੇਖੋ sin 90 ਦੀ ਵੈਲਿਊ ਕਿੰਨੀ ਹੁੰਦੀ ਹੈ 1। ਹਾਂਜੀ ਬੇਟੇ। ਸਰ ਸਿੱਧਾ ਹਾਂਜੀ cos 180 ਦੀ ਵੈਲਿਊ ਨਹੀਂ ਪੁੱਟ ਕਰ ਸਕਦੇ ਕਿ ਮਤਲਬ cos 180 ਦੀ ਵੈਲਿਊ -1 ਹੁੰਦੀ ਹੈ, ਸਿੱਧਾ ਉਹ ਉਹ ਤਾਂ ਆਇਡੈਂਟੀਟੀ ਮੈਂ ਬਣ ਜਾਏਗੀ ਉਸ ਤੋਂ ਬਾਅਦ। ਉਵੇਂ ਹੀ ਕਰਾਂਗੇ ਬੇਟੇ, ਇਹ ਤਾਂ ਮੈਂ ਤੁਹਾਨੂੰ ਸਮਝਾ ਰਿਹਾ ਸਿਰਫ ਓਕੇ ਤੁਹਾਨੂੰ ਸਮਝਾ ਰਿਹਾ ਵੀ cos 180 ਦੀ ਵੈਲਿਊ -1 ਕਿਵੇਂ ਹੈ। ਆਪਾਂ ਇੱਥੇ ਸੋਲਵ ਨਹੀਂ ਕਰਨਾ ਹੈਗਾ, ਸਿੰਪਲੀ ਇੱਥੇ ਵੈਲਿਊ ਕਿੰਨੀ ਕਰ ਦੇਣੀ -1। ਜਦੋਂ ਇੱਥੇ -1 ਕਰ ਦਿਆਂਗੇ ਬੇਟੇ ਤਾਂ ਧਿਆਨ ਨਾਲ ਦੇਖੋ, ਜਿਹੜੀ ਆ ਇੱਥੇ ਆਪਣੇ ਕੋਲ ਕੀ ਹੋ ਜਾਊਗਾ ਮਾਈਨਸ ਨਾ ਹੋ ਜਾਊਗਾ। ਕੀ ਬਣ ਗਿਆ a ਸਕੁਅਰ ਪਲੱਸ b ਸਕੁਅਰ ਮਾਈਨਸ 2ab। ਕਾਹਦਾ ਫਾਰਮੂਲਾ ਬਣ ਗਿਆ a ਮਾਈਨਸ b ਦਾ। ਕਲੀਅਰ ਹੋਇਆ ਕਿ ਨਹੀਂ ਹੋਇਆ? ਅੰਦਰ ਆਪਣੇ ਕੋਲ ਕੀ ਬਣ ਗਿਆ a ਸਕੁਅਰ ਪਲੱਸ b ਸਕੁਅਰ ਮਾਈਨਸ 2ab। ਇੱਥੇ ਸੀ ਪਲੱਸ, ਇੱਥੇ ਸੀਗਾ -1। ਇਸ ਤਰ੍ਹਾਂ ਨਾਲ ਇਹਦੇ ਨਾਲ ਹੋਇਆ ਤਾਂ ਵੈਲਿਊ ਕੀ ਬਣ ਗਈ a ਸਕੁਅਰ ਪਲੱਸ b ਸਕੁਅਰ ਮਾਈਨਸ 2ab। ਇਹ ਆਪਣੇ ਕੋਲ ਕੀ ਬਣ ਗਿਆ ਬੇਟੇ a ਮਾਈਨਸ b ਦਾ ਹੋਲ ਸਕੁਅਰ। ਸਕੁਅਰ ਨਾਲ ਸਕੁਅਰ ਰੂਟ ਕੱਟਿਆ ਜਾਊਗਾ ਤਾਂ ਰਿਜ਼ਲਟੈਂਟ ਕੀ ਆ ਗਿਆ a ਮਾਈਨਸ b। ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਕਲੀਅਰ ਹੈ? ਇਹਦਾ ਮਤਲਬ ਅਸੀਂ ਕੀ ਗੱਲ ਸਿੱਖੀ ਵੀ ਜੇ ਦੋ ਵੈਕਟਰ ਆਪੋਜ਼ਿਟ ਡਾਇਰੈਕਸ਼ਨ ਚ ਐਡ ਆਪਣੇ ਕੋਲ ਕੀ ਹੈ ਚੱਲ ਰਹੇ ਹੈ ਤਾਂ ਉਹਨਾਂ ਦੀ ਕੀ ਹੋਊਗੀ ਆਪਣੇ ਕੋਲੇ ਸਬਟ੍ਰੈਕਸ਼ਨ। 180 ਡਿਗਰੀ ਤੇ ਜਾਂ ਆਪੋਜ਼ਿਟ ਡਾਇਰੈਕਸ਼ਨ ਚ ਦੋ ਵੈਕਟਰ ਐਕਟ ਕਰ ਰਹੇ ਹੈ ਤਾਂ ਨੈਟ ਰਿਜ਼ਲਟ ਕੀ ਹੋਊਗਾ ਸਬਟ੍ਰੈਕਸ਼ਨ। ਤੇ ਵੈਲਿਊ ਕੀ ਆਊਗੀ, ਕਿਹੜੀ ਡਾਇਰੈਕਸ਼ਨ ਆਊਗੀ? ਮੰਨ ਲਓ ਆ a ਵੈਕਟਰ ਹੈ, ਆ b ਵੈਕਟਰ ਹੈ। ਜੇ a ਵੈਕਟਰ ਦਾ ਮੈਗਨੀਟਿਊਡ ਵੱਡਾ ਹੈ ਤਾਂ ਰਿਜ਼ਲਟੈਂਟ ਦੀ ਡਾਇਰੈਕਸ਼ਨ ਕੀ ਹੋਊਗੀ ਇਨ a ਵੈਕਟਰ। ਜਿਹੜਾ ਵੱਡਾ ਹੈ
देखो बेटे यार रस्साकशी हो रही है दो वैक्टर के विचकार, ए वैक्टर है बी वैक्टर है, अपोजिट है तो अपन पता है नैट इफेक्ट की होगा ए माइनस बी। हम मान लो ए स्ट्रोंग है तो कौन खिंच के लै जाऊगा, ए खिंच के लै जाएगा। पॉइंट क्लीयर होया कि नहीं, जो ए स्ट्रोंग है बी नालों तो ए की करेगा इधर खिंच के लै जाएगा। ਇਹਦਾ ਮਤਲਬ ਰਿਜ਼ਲਟੈਂਟ ਕਿਹੜੀ ਸਾਈਡ ਤੇ ਲੱਗ ਰਿਹਾ, ਫਿਰ ਕਿੱਧਰ ਖਿੱਚ ਕੇ ਲੈ ਕੇ ਜਾ ਰਿਹਾ, ਮੂਵਮੈਂਟ ਕਿੱਧਰ ਹੈ, ਏ ਵਾਲੀ ਸਾਈਡ ਤੇ। ਇਸ ਲਈ ਅਸੀਂ ਯਾਦ ਰੱਖਣਾ ਵੀ a ਮਾਈਨਸ b ਦੇ ਕੇਸ ਦੇ ਵਿੱਚ ਮੈਗਨੀਟਿਊਡ ਤਾਂ a ਮਾਈਨਸ b ਹੈ, ਬਟ ਡਾਇਰੈਕਸ਼ਨ ਕੀ ਆਊਗੀ, ਜਿਹੜਾ ਦੋਵਾਂ ਦੇ ਵਿੱਚੋਂ ਕੀ ਹੋਊਗਾ ਗ੍ਰੇਟਰ ਵੈਕਟਰ ਹੋਊਗਾ। ਜੇ b ਗ੍ਰੇਟਰ ਹੈ ਤਾਂ ਡਾਇਰੈਕਸ਼ਨ ਕੀ ਆਊਗੀ ਰਿਜ਼ਲਟੈਂਟ ਦੀ b ਵਾਲੀ ਸਾਈਡ ਤੇ। ਦੇਖੋ ਜੇ ਇਹ ਸਟਰੋਂਗ ਹੈ ਤਾਂ ਇਹ ਖਿੱਚ ਕੇ ਨਾ ਲੈ ਜਾਊਗਾ ਇਹਨੂੰ। ਇਹ ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? Yes, sir. If the two vectors are acting at 180 degree to each other or in opposite direction, they will be subtracted. ठीक है जी, and the net magnitude will be equal to their subtraction and direction will be in the greater vector. Direction will be in the greater vector. Clear? Clear है बेटे? केस थर्ड देखो ਹੁਣ ਫਿਰ केस थर्ड ਦੇ ਵਿੱਚ ਕੀ ਹੈ, ਜਦੋਂ ਥੀਟਾ ਕੀ ਹੈ 90 ਡਿਗਰੀ, ਆ ਸਿਚੁਏਸ਼ਨ ਹੈ। ਇੱਕ ਆਪਣੇ ਕੋਲ ਕੀ ਹੈ ए ਵੈਕਟਰ ਹੈ, ए ਵੈਕਟਰ ਹੈ ਬੇਟੇ ਇਸ ਤਰ੍ਹਾਂ ਨਾਲ ਐਕਟ ਕਰ ਰਿਹਾ, बी ਵੈਕਟਰ ਇਸ ਤਰ੍ਹਾਂ ਨਾਲ, ਐਂਗਲ ਕਿੰਨਾ ਦੋਵਾਂ ਦੇ ਵਿਚਕਾਰ 90 ਡਿਗਰੀ। ਕਹਿੰਦਾ ਮਤਲਬ ਹੁਣ ਥੀਟਾ ਕਿੰਨਾ ਹੋ ਗਿਆ 90 ਡਿਗਰੀ। ਤਾਂ ਰਿਜ਼ਲਟੈਂਟ ਕਿਵੇਂ ਕੈਲਕੂਲੇਟ ਕਰਾਂਗੇ, ਫਾਰਮੂਲਾ ਸਾਨੂੰ ਰਿਜ਼ਲਟੈਂਟ ਦਾ ਪਤਾ a ਸਕੁਅਰ ਪਲੱਸ b ਸਕੁਅਰ ਪਲੱਸ 2ab cos ਥੀਟਾ। ਥੀਟਾ ਕੀ ਹੋਊਗਾ ਬੇਟੇ ਇੱਥੇ 90 ਡਿਗਰੀ। 90 डिग्री। ਹਾਂਜੀ ਠੀਕ ਹੈ ਜੀ, 0 1 1 0। cos 90 ਦੀ ਵੈਲਿਊ ਕਿੰਨੀ ਹੈ ਬੇਟੇ 0। 0। Sir, 0. ਇਸ ਤਰ੍ਹਾਂ ਨਾਲ ਨਾ ਯਾਦ ਰੱਖ ਲਓ, ਬੜੀ ਵਾਰੀ ਆਪਾਂ ਜ਼ਿਆਦਾਤਰ ਵੈਲਿਊਜ਼ ਕਿਹੜੀਆਂ ਯੂਜ਼ ਕਰਨੀਆਂ, sin 90 sin 0 cos 90 cos 0। ਤਾਂ ਮੈਂ ਤੁਹਾਨੂੰ ਸ਼ਾਰਟ ਫਾਰਮ 'ਚ ਯਾਦ ਕਰਾਇਆ ਵੀ ਐਂ ਯਾਦ ਰੱਖਿਆ ਕਰੋ, ਉੱਪਰ ਵਾਲੀਆਂ ਵੈਲਿਊ sin ਦੀਆਂ, ਨੀਚੇ ਵਾਲੀਆਂ cos ਦੀਆਂ। ਠੀਕ ਹੈ, cos 90 ਦੀ ਵੈਲਿਊ 0, ਇਹਦਾ ਮਤਲਬ 0 ਕਰਾਂਗੇ ਤਾਂ ਸਾਰੀ ਟਰਮ ਕੀ ਹੋ ਜੂਗੀ 0 ਹੋ ਜੂਗੀ। ਰਿਜ਼ਲਟੈਂਟ ਸਾਡੇ ਕੋਲ ਕੀ ਰਹਿ ਗਿਆ, ਉਹ ਰਹਿ ਗਿਆ a ਸਕੁਅਰ ਪਲੱਸ b ਸਕੁਅਰ। ਸਮਝ ਲੱਗੀ ਕਿ ਨਹੀਂ ਲੱਗੀ ਬੇਟੇ? in the direction tan beta is equal to b sin theta over a plus b cos theta। sin 91 cos 90 0, ਆ ਟਰਮ ਥੱਲੋਂ ਕੈਂਸਲ ਹੋ ਗਈ ਤਾਂ tan beta ਕਿੰਦੇ ਬਰਾਬਰ ਆ ਗਿਆ b ਬਟਾ a। ਇਹ ਕਦੋਂ ਦੀ ਸਿਚੁਏਸ਼ਨ ਹੈ, ਜਦੋਂ ਦੋਵੇਂ ਐਂਗਲ ਆਪਣੇ ਕੋਲ ਕੀ ਹੈ, ਵੈਕਟਰ ਕਿਸ ਤਰ੍ਹਾਂ ਨਾਲ ਐਕਟ ਕਰ ਰਹੇ ਆ 90 ਡਿਗਰੀ। ਕਲੀਅਰ? ਇਹਦਾ ਮਤਲਬ ਕੋਈ ਵੀ ਆਪਣੇ ਕੋਲ, ਜਿਵੇਂ ਮੰਨ ਲਓ ਮੈਂ ਤੁਹਾਨੂੰ ਕੋਈ r ਵੈਕਟਰ ਹੈ, ਮੰਨ ਲਓ ਕੋਈ r ਵੈਕਟਰ ਹੈ ਆਪਣੇ ਕੋਲ ਦਿੱਤਾ ਹੋਇਆ 3i ਕੈਪ ਪਲੱਸ 4j ਕੈਪ। ਕਲੀਅਰ ਹੋਇਆ ਕਿ ਨਹੀਂ ਹੋਇਆ? ਕੋਈ ਵੈਕਟਰ ਦਿੱਤਾ ਹੋਇਆ, ਆਪਾਂ ਨੂੰ ਕਿਹਾ ਹੁੰਦਾ ਮੈਗਨੀਟਿਊਡ ਪਤਾ ਕਰੋ, ਇਹਦਾ ਕੀ ਪਤਾ ਕਰੋ ਮੈਗਨੀਟਿਊਡ। ਤਾਂ ਕਿਵੇਂ ਪਤਾ ਕਰਾਂਗੇ, i ਤੇ j ਕੀ ਹੈ ਬੇਟੇ ਯੂਨਿਟ ਵੈਕਟਰ, i ਤੇ j ਕੀ ਹੈ ਯੂਨਿਟ ਵੈਕਟਰ। यूनिट वेक्टर। i ਕਿਹੜੀ ਡਾਇਰੈਕਸ਼ਨ 'ਚ ਹੈ x ਐਕਸਿਸ ਵੱਲ, j ਕਿਹੜੀ ਡਾਇਰੈਕਸ਼ਨ 'ਚ ਹੈ y ਐਕਸਿਸ ਵੱਲ। ਇਹਦਾ ਮਤਲਬ ਦੋਵਾਂ 'ਚ ਐਂਗਲ ਕਿੰਨਾ ਹੋ ਗਿਆ 90 ਡਿਗਰੀ। ਅਸੀਂ ਹੁਣੇ ਕੈਲਕੂਲੇਟ ਕੀਤਾ ਵੀ 90 ਹੋਵੇ ਤਾਂ ਉਹਨਾਂ ਦੇ ਕੰਪੋਨੈਂਟ ਦਾ ਸਕੁਅਰ ਹੁੰਦਾ। ਇਹਦਾ ਮਤਲਬ ਇਹਦਾ ਰਿਜ਼ਲਟੈਂਟ ਆਪਣੇ ਕੋਲ ਕੀ ਨਿਕਲੂਗਾ 3 ਦਾ ਸਕੁਅਰ ਪਲੱਸ 4 ਦਾ ਸਕੁਅਰ। ਆਪਾਂ ਹੁਣੇ ਕੀਤਾ ਸੀ ਨਾ, ਕਿੰਦੇ ਬਰਾਬਰ ਆਊਗਾ a ਸਕੁਅਰ ਪਲੱਸ b ਸਕੁਅਰ। ਇੱਥੇ ਆਪਣੇ ਕੋਲ r ਵੈਕਟਰ ਕਿੰਦੇ ਬਰਾਬਰ ਸੀਗਾ a ਵੈਕਟਰ ਪਲੱਸ b ਵੈਕਟਰ ਦੇ ਬਰਾਬਰ ਸੀ, ਤੇ ਮੈਗਨੀਟਿਊਡ ਕਿੰਦੇ ਬਰਾਬਰ ਆਇਆ ਸੀਗਾ, ਜਿਹੜਾ ਵੀ ਆਪਣੇ ਕੋਲ r ਦਾ ਜਿਹੜਾ ਵੈਕਟਰ ਦਿੱਤਾ ਹੋਇਆ ਸੀਗਾ ਉਹਦੇ ਕੰਪੋਨੈਂਟ ਦੇ ਸਕੁਅਰ ਦੇ ਬਰਾਬਰ, ਉਹਦੇ ਕੰਪੋਨੈਂਟ ਦੇ ਸਕੁਅਰ ਦੇ ਬਰਾਬਰ। ਤੇ ਇੱਥੇ ਕੰਪੋਨੈਂਟ ਕੀ ਹੈ 3 ਤੇ 4। ਇਹ ਆਪਣੇ ਕੋਲ ਕਿੰਨਾ ਆ ਗਿਆ 9 ਪਲੱਸ 16 25 25 ਦਾ ਸਕੁਅਰ ਰੂਟ ਕੀ ਆ ਗਿਆ 5।
ਇਹਦਾ ਮਤਲਬ ਆਰ ਦਾ ਮੈਗਨੀਟਿਊਡ ਇੱਥੇ ਆਪਣੇ ਕੋਲ ਕੀ ਆ ਗਿਆ ਪਾਈ। ਸਮਝ ਲੱਗੀ ਕਿ ਨਹੀਂ ਲੱਗੀ ਬੇਟੇ? ਯੈਸ ਸਰ। ਆਪਣੇ ਦਾ ਬੈਨੀਫਿਟ ਕੀ ਹੈ? ਇਹ ਬੈਨੀਫਿਟ ਹੈ ਵੀ ਆਈ ਕੈਪ ਜੇ ਕੈਪ ਨਾਲ ਲਿਖਿਆ ਹੋਇਆ ਤੇ ਇਟ ਮੀਨਸ ਸਾਨੂੰ ਪਤਾ ਹੋਣਾ ਚਾਹੀਦਾ ਐਂਗਲ 90 ਡਿਗਰੀ। ਇਹ ਆਪਾਂ ਸਾਰੇ ਕਰ ਲਿਓ, ਇਹਨੂੰ ਰੀਡ ਕਰ ਲਿਓ, ਠੀਕ ਹੈ। ਕੱਲ ਫਿਰ ਆਪਾਂ ਸ਼ੁਰੂ ਕਰਾਂਗੇ ਪੈਰਲੋਗ੍ਰਾਮ ਦਾ। ਬੇਟੇ ਟ੍ਰਾਇੰਗਲ ਦੇ ਲਾ ਆਫ ਵੈਕਟਰ ਐਡੀਸ਼ਨ ਨੂੰ ਚੰਗੀ ਤਰ੍ਹਾਂ ਨਾਲ ਰੀਡ ਕਰ ਲਿਓ, ਠੀਕ ਹੈ। ਫਿਰ ਮੈਂ ਤੁਹਾਨੂੰ ਇਹਦੇ ਤੇ ਨਿਊਮੈਰੀਕਲ ਕਰਵਾਉਂਗਾ 2-4, ਠੀਕ ਹੈ। ਫਿਰ ਪੈਰਲੋਗ੍ਰਾਮ ਲਾ ਕੰਪਲੀਟ ਕਰਕੇ ਨਾ ਟ੍ਰਾਇੰਗਲ ਲਾ, ਪੈਰਲੋਗ੍ਰਾਮ ਲਾ, ਪੋਲੀਗਨ ਲਾ ਕੇ 4-5 ਨਿਊਮੈਰੀਕਲ ਕਰਾਂਗੇ ਆਪਾਂ ਇਹਨਾਂ ਤੇ ਛੋਟੇ ਜਿਹੇ, ਵੀ ਤੁਹਾਨੂੰ ਪਤਾ ਲੱਗੇ ਵੀ ਇਹਨਾਂ ਦੀਆਂ ਐਪਲੀਕੇਸ਼ਨਸ ਕੀ ਹੈ। ਓਕੇ ਸਰ। ਤੁਹਾਡੇ ਬੁੱਕ ਹੈਗੀ ਹੈ, ਤੁਸੀਂ ਬੁੱਕ ਦੇ ਵਿੱਚੋਂ ਬੇਟੇ ਇਹਨਾਂ ਦੇ ਨਿਊਮੈਰੀਕਲ ਸੋਲਵ ਕਰਿਓ। ਟ੍ਰਾਇੰਗਲ ਦੇ ਲਾ ਦੀ ਡੈਫੀਨੇਸ਼ਨ ਯਾਦ ਕਰਿਓ। ਕੀ ਕਰਿਓ? ਯਾਦ Okay, ਕਰਿਓ, sir. ਸਮਝਿਓ ਉਹਨੂੰ, ਆਰਡਰ ਆਊਟ ਆਫ ਆਰਡਰ ਦਾ ਮਤਲਬ ਕੀ ਹੈ, ਉਹਦੀ ਡੈਰੀਵੇਸ਼ਨ ਕਿਵੇਂ ਕਰਨੀ ਹੈ, ਠੀਕ ਹੈ। ਤੇ ਗਰੁੱਪ ਦੇ ਵਿੱਚ ਮੈਨੂੰ ਵੌਇਸ ਮੈਸੇਜ ਸੈਂਡ ਕਰਿਓ ਟ੍ਰਾਇੰਗਲ ਦੇ ਲਾ ਦੇ, ਯਾਦ Okay, sir. ਕਰਕੇ ਬੋਲ ਕੇ ਟ੍ਰਾਇੰਗਲ ਦੇ ਲਾ ਦਾ ਕੀ ਕਰੋ, ਵੌਇਸ ਮੈਸੇਜ ਸੈਂਡ ਕਰਿਓ ਉਹਦੀ ਡੈਫੀਨੇਸ਼ਨ ਬੋਲ ਕੇ। ਕਲੀਅਰ ਹੈ ਬੇਟੇ? ਠੀਕ ਹੈ। ਓਕੇ ਸਰ। Yes, sir. ਕੋਈ ਡਾਊਟ ਹੈ ਤਾਂ ਦੱਸੋ ਬੇਟੇ, ਅਦਰਵਾਈਜ਼ ਆਪਾਂ ਆਫ ਕਰੀਏ ਕਲਾਸ। ਕੋਈ ਡਾਊਟ? No, sir. ਠੀਕ ਹੈ।